सतनाम श्री वाहिगुरु साहिब जी। श्री नानक अंगद गुरु अमरदास पद बंद। रामदास अर्जन गुरु वर श्री हर गोबिंद। हरि राय हर कृष्ण गुरु तेग बहादुर चंद। दसवें गोबिंद सिंह गुरु नमो चरण अरविंद। जिसमें अमृत ज्ञान है मानक भगत वैराग। गुरु ग्रंथ साहिब उदद बंदो कर अनुराग। श्री गुर शब्द कमाए जिन जीते पंच विकार। तिन संतन को बंदना सिर चरणन पर तार। एक ओंकार सतगुरु ते प्रसाद सच होए। वाहिगुरु जी की फतेह। विघ्न विनाशन सोए। वाहिगुरु जी की फतेह। विघ्न विनाशन सोए। सतनाम श्री वाहिगुरु साहिब जी। दोहरा वाहिगुरु की रजाए पैर। हरखै मन सुख पाए। तीसर आस्तक बुद्ध है। गुर बच दृढ़ निश्चय। वाहिगुरु की रजाए पैर। वाहिगुरु जी का खालसा वाहिगुरु जी की फतेह। पतत पावन भगत वत्सल धन धन श्री गुरु नानक देव साहिब जी महाराज। धन धन श्री गुरु गोबिंद सिंह साहिब जी महाराज। धन धन श्री गुरु ग्रंथ साहिब जी महाराज। सतगुरु जी दी साजी नवाजी गुरु प्यारी गुरु सवारी साध संगत जीओ। आप जी वड्डियां भागां वाले कर्मां वाले हों जो सतगुरु श्री गुरु अर्जन देव महाराज जी दे पावन पवित्र दरबार विखे हाजरियां भर के अपना जन्म सफला कर रहे हो। सत्संग दीयां घड़ियां प्राप्त करके इस मनुखा जन्म नूं सफला कर रहे हो। सतगुरु सच्चे पातशाह जी दे सुंदर दरबार दीवान संध्या दे समय तो सज्जे हन। नितनेम नाल ही जो गुरु साहिब जी दी महान पावन पवित्र कथा गुरु नानक साहिब दी आपां लड़ीवार रूप विच रल मिल के पढ़ सुन रहे हाँ। उस कथा दा समा होया है। जिवें सतगुरु महाराज जी दे कहणे करके शिवनाभ राजे ने धर्मशाल बनवाई। जिहदे विच बहुत सोहना बना करके धर्मशाल नूं कस्तूरी अगर चंदन इत्यादक गुलाब नूं छिड़क के होर कई तरह दीयां सुगंधियां छिड़क के महकाया। सोहना जिहड़ा पलंग डाया कि जिस उपर गुरु नानक देव महाराज जी आके विराजने हैं। सोहना पलंग धर्मशाल विच ढा करके उपर सोहने गलीचे विछाए हैं। इसे तरह धर्मशाला विच बड़े सोहने गलीचे विछाए हैं। सोहने दरवाजे बना करके फिर जिहड़ा राजा शिवनाभ सारी तैयारी करके बाग विच महाराज जी नूं लैण चला गया। जदों बाग विच गया इनू सतगुरु जी दिखे ही नहीं हैं। क्योंकि महाराज शिवनाभ राजे दा प्रेम देखना चाहुंदे सी ते कि किन्ना क सानू प्रेम करदा है। शिवनाभ राजा जिहड़ा है जिहदे नूं दिसे नहीं है ये तो उत्थे डिग पिया है बेहोश हो गए।
ਸੁੱਧ ਬੁੱਧ ਸਰੀਰ ਦੀ ਨਹੀਂ ਰਹਿ ਗਈ। ਇਹਦੇ ਸਿਪਾਹੀਆਂ ਨੇ ਇਹਨੂੰ ਪੱਖਾ ਝੱਲਿਆ ਹੈ, ਇਹਦੇ ਅੰਗਾਂ ਤੋਂ ਮਿੱਟੀ ਯਾਦ ਕਿਹੜੀ ਪੂੰਝੀ ਹੈ, ਸਾਫ਼ ਕੀਤੀ ਹੈ। ਫਿਰ ਇਹ ਰਾਜਾ ਉੱਠ ਕੇ ਬੈਠ ਗਿਆ, ਪਰ ਬੜਾ ਦੁਖੀ ਹੋ ਕੇ, ਗਮ ਦੇ ਸਹਿਤ ਹੋ ਕੇ ਉੱਚੀ ਉੱਚੀ ਪੁਕਾਰਦਾ, ਹੈ ਗੁਰੂ ਨਾਨਕ ਸਾਹਿਬ ਮਹਾਰਾਜ ਕਿੱਥੇ ਚਲੇ ਗਏ ਹੋ ਆਪ। ਫਿਰ ਇੱਕਦਮ ਉੱਠਿਆ ਹੈ, ਉੱਠ ਕੇ ਜੰਗਲ ਵਿੱਚ ਭੱਜਣਾ ਸ਼ੁਰੂ ਕਰ ਦਿੱਤਾ ਹੈ, ਬੌਰਿਆਂ ਵਾਂਗ, ਝੱਲਿਆਂ ਵਾਂਗ, ਤੇ ਪੰਛੀਆਂ ਨੂੰ ਪੁੱਛਦਾ ਫਿਰਦਾ ਹੈ, ਦਰਖਤਾਂ ਨੂੰ ਪੁੱਛਦਾ ਹੈ, ਸਰੋਵਰਾਂ ਨੂੰ ਪੁੱਛਦਾ ਹੈ, ਪਹਾੜਾਂ ਨੂੰ ਪੁੱਛਦਾ ਵੀ ਇੱਥੇ ਗੁਰੂ ਨਾਨਕ ਸਾਹਿਬ ਮੇਰੇ ਪ੍ਰਾਣਾਂ ਦੇ ਨਾਥ ਦੇਖੇ ਕਿ ਨਹੀਂ ਦੇਖੇ ਹੈ। ਪਰ ਉਹ ਹੁਣ ਕਿੱਥੋਂ ਦੱਸਣ। ਸਤਿਗੁਰੂ ਜੀ ਤੇ ਉੱਥੇ ਹੀ 5 ਤੱਤਾਂ ਨੂੰ ਲੀਨ ਕਰ ਦਿੱਤਾ ਸੀ। ਫਿਰ ਜਦੋਂ ਇਹਨੂੰ ਕਿਤੇ ਨਹੀਂ ਦਿਖੇ ਹੈ, ਨੇਤਰਾਂ 'ਚ ਜਾਲਾ ਆ ਰਿਹਾ ਪ੍ਰੇਮ ਕਰਕੇ, ਕੰਠ ਰੁਕਿਆ ਹੋਇਆ ਹੈ ਤੇ ਸਾਰੇ ਸਰੀਰ 'ਤੇ ਪਸੀਨਾ ਪਸੀਨਾ ਹੋ ਗਿਆ, ਵਿਆਕਲ ਹੋਇਆ ਰਾਜਾ। ਫਿਰ ਮੂਰਛਾ ਹੋ ਕੇ ਡਿੱਗ ਪਿਆ। ਇਹਦੇ ਸਿਪਾਹੀ ਦੇ ਕੋਲ ਹੀ ਸਨ। ਜਦੋਂ ਬੇਹੋਸ਼ ਹੋ ਕੇ ਡਿੱਗ ਪਿਆ, ਸਤਿਗੁਰੂ ਮਹਾਰਾਜ ਉਸੇ ਵੇਲੇ ਪ੍ਰਗਟ ਹੋ ਗਏ। ਗੁਰੂ ਮਹਾਰਾਜ ਸਤਿਗੁਰੂ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ। ਮਹਾਰਾਜ ਕਿਹੜਾ ਕਿਤੇ ਜਾਂਦੇ ਆਉਂਦੇ ਆ, ਉੱਥੇ ਪ੍ਰਗਟ ਹੋ ਗਏ। ਇਹਦੇ ਮੁਖ ਦੇ ਵਿੱਚ ਜਾਲ ਪਾਇਆ ਦੇ ਸੇਵਕਾਂ ਨੇ, ਪੱਖਾ ਝੱਲਿਆ, ਇਹਨੂੰ ਹੋਸ਼ ਆਈ। ਕੀ ਵੇਖਿਆ ਵੀ ਪ੍ਰੀਤਮ ਪਿਆਰੇ ਗੁਰੂ ਨਾਨਕ ਸਾਹਿਬ ਸਾਹਮਣੇ ਹੀ ਹੈ। ਦੇਖ ਕੇ ਬੜੀ ਛੇਤੀ ਉੱਠਿਆ ਹੈ, ਉੱਠ ਕੇ ਗੁਰੂ ਮਹਾਰਾਜ ਦੇ ਚਰਨਾਂ 'ਤੇ ਢਹਿ ਪਿਆ, ਮੱਥਾ ਟੇਕਿਆ, ਕਹਿਣ ਲੱਗਾ ਮਹਾਰਾਜ ਮੈਂ ਤੇ ਆਪ ਜੀ ਦੇ ਕਹਿਣ 'ਤੇ ਧਰਮਸਾਲ ਦੀ ਜਗ੍ਹਾ ਬਣਾ ਦਿੱਤੀ ਹੈ, ਆਪ ਕਿੱਥੇ ਚਲੇ ਗਏ ਸਨ। ਸੱਚੇ ਪਾਤਸ਼ਾਹ ਮੇਰੀ ਨਗਰੀ ਵਿੱਚ ਪ੍ਰਵੇਸ਼ ਕਰੋ ਆਪ, ਤੇ ਉਹਨੂੰ ਸਫਲਾ ਕਰੋ, ਨਿਹਾਲ ਕਰੋ। ਸਤਿਗੁਰੂ ਜੀ ਦਾ ਪ੍ਰੇਮ ਵੇਖ ਕੇ ਪੀਨਾ ਪ੍ਰੇਮ ਸਾਨੂੰ ਕਰਦਾ ਹੈ। ਪ੍ਰੇਮ ਦੀ ਡੋਰ ਦੇ ਬੱਧੇ ਹੋਏ ਮਹਾਰਾਜ ਦੇ ਨਾਲ ਚੱਲ ਪਏ। ਧਰਮਸ਼ਾਲਾ ਵਿੱਚ ਲੈ ਕੇ ਆਇਆ ਹੈ, ਜਿੱਥੇ ਸੋਹਣਾ ਪਲੰਘ ਸਤਿਗੁਰੂ ਜੀ ਦਾ ਡਾਇਆ ਉੱਥੇ ਬਿਠਾ ਦਿੱਤਾ। ਜਿਹੜੇ ਨਗਰ ਦੇ ਲੋਕ ਹੈ ਉਹਨਾਂ ਨੂੰ ਬੜਾ ਚਾਅ ਉਤਸ਼ਾਹ ਹੋਇਆ ਹੈ। ਸਭ ਮਾਈ ਭਾਈ ਗੁਰੂ ਜੀ ਦੇ ਦਰਸ਼ਨਾਂ ਨੂੰ ਆ ਰਿਹਾ ਹੈ। ਦਰਸ਼ਨ ਕਰਕੇ ਸਤਿਗੁਰੂ ਜੀ ਦੇ ਅੱਗੇ ਭੇਟਾਂ ਰੱਖ ਰਹੇ, ਢੇਰਾਂ ਦੇ ਢੇਰ ਭੇਟਾਵਾਂ ਦੇ ਲੱਗ ਗਏ ਹੈ। ਤੇ ਇੱਧਰ ਰਾਜਾ ਸ਼ਿਵਨਾਭ ਚੰਗੀ ਤਰ੍ਹਾਂ ਪਵਿੱਤਰਤਾਈ ਕਰਕੇ ਜਿਹੜਾ ਹੈ ਉਹ ਆਪਣੀ ਚੰਦ ਕਲਾ ਨਾਮ ਦੀ ਰਾਣੀ ਲੈ ਕੇ ਆਇਆ ਹੈ। ਸਤਿਗੁਰੂ ਜੀ ਦੀ 16 ਪ੍ਰਕਾਰ ਦੀ ਪੂਜਾ ਕੀਤੀ ਹੈ, ਧੂਫਾਂ ਦਿਖਾਈਆਂ, ਫੁੱਲ ਜਿਹੜੇ ਹੈ ਉਹ ਵਰਸਾਏ ਹੈ, ਸਭ ਤਰ੍ਹਾਂ ਨਾਲ ਪੂਜਾ ਕੀਤੀ ਰਾਜੇ ਨੇ। ਫਿਰ ਗੁਰੂ ਸਾਹਿਬ ਜੀ ਦੇ ਅੱਗੇ ਬੜਾ ਨਿਮਾਣਾ ਹੋਇਆ ਹੈ, ਕਹਿਣ ਲੱਗਾ ਮਹਾਰਾਜ ਕਿਰਪਾ ਕਰੋ, ਆਪਣੀ ਮਹਾਨ ਦ੍ਰਿਸ਼ਟੀ ਕਰਕੇ ਆਪਣੇ ਚਰਨ ਮੇਰੀ ਸਾਰੀ ਨਗਰੀ ਵਿੱਚ ਹੀ ਪਾ ਕਰਕੇ ਇਹਨੂੰ ਸਫਲਾ ਕਰੋ। ਤੇ ਨਾਲ ਹੀ ਮਹਾਰਾਜ ਮੈਨੂੰ ਅਧਿਕਾਰੀ ਜਾਣ ਕੇ ਆਪਣਾ ਮਹਾਨ ਪਾਣ ਪਵਿੱਤਰ ਉਪਦੇਸ਼ ਦਿਓ, ਜਿਸ ਕਰਕੇ ਮੇਰਾ ਪਾਰ ਉਤਾਰਾ ਹੋ ਸਕੇ, ਇਹ ਜਗਤ ਦੇ ਕਲੇਸ਼ਾਂ ਤੋਂ ਮੈਂ ਛੁੱਟ ਸਕਾਂ। ਗੁਰੂ ਸਾਹਿਬ ਜੀ ਨੇ ਕਿਹਾ ਵੀ ਰਾਜਨ, ਜਿਹੜਾ ਮਨ ਨੂੰ ਰੋਕਣਾ ਹੈ, ਟਿਕਾ ਕੇ ਰੱਖਣਾ ਤੇ ਨਿਰਮਲ ਕਰਨਾ ਹੈ ਪਾਪਾਂ ਵੱਲੋਂ, ਇਹੋ ਹੈ ਜਗਤ ਦੇ ਕਲੇਸ਼ਾਂ ਦਾ ਨਾਸ। ਜੇ ਮਨ ਰੁਕ ਜਾਵੇ ਤੇ ਮਨ ਨਿਰਮਲ ਹੋ ਜਾਵੇ, ਪਰਮੇਸ਼ਰ ਦਾ ਬ੍ਰਹਮ ਗਿਆਨ ਹੋ ਜਾਂਦਾ, ਦਰਸ਼ਨ ਹੋ ਜਾਂਦਾ ਹੈ। ਉੱਥੇ ਝਗੜੇ ਝਮੇਲੇ, ਜੰਮਣ ਮਰਦੇ ਕਲੇਸ਼, ਦੁਨਿਆਵੀ ਰਗੜੇ ਝਗੜੇ ਸਭ ਖਤਮ ਹੋ ਜਾਂਦੇ ਹੈ। ਕਹਿਣ ਲੱਗਾ ਸਤਿਗੁਰੂ ਜੀ ਉਹ ਕਿਵੇਂ ਕਰਨਾ ਹੈ, ਮੈਨੂੰ ਉਹ ਵੀ ਦੱਸੋ। ਗੁਰੂ ਸਾਹਿਬ ਜੀ ਕਹਿੰਦੇ ਵੀ 2 ਤਰੀਕੇ ਦੱਸੇ ਆ, ਸੰਤਾਂ ਨੇ ਤੇ ਵੇਦਾਂ ਨੇ, ਭਾਵ ਗਿਆਨਮਈ ਗ੍ਰੰਥਾਂ ਨੇ। ਉਹ 2 ਢੰਗ ਤਰੀਕੇ ਦੱਸੇ ਆ, ਮਨ ਨੂੰ ਨਿਰਮਲ ਕਰਨ ਦੇ ਤੇ ਮਨ ਨੂੰ ਰੋਕਣ ਦੇ। ਇਹ ਕਹਿਣ ਲੱਗਾ ਮਹਾਰਾਜ, ਮੱਥਾ ਟੇਕਿਆ। ਫਿਰ ਸਤਿਗੁਰੂ ਜੀ ਉਹ ਕਿਹੜੇ 2 ਢੰਗ ਤਰੀਕੇ ਮੈਨੂੰ ਦੱਸੋ ਆਪ। ਫਿਰ ਗੁਰੂ ਸਾਹਿਬ ਮਹਾਰਾਜ ਜੀ ਨੇ ਜਿਹੜਾ ਹੈ ਇਹਨੂੰ ਦੱਸਿਆ ਹੈ ਵੀ 2 ਢੰਗ ਤਰੀਕੇ ਸੰਤ ਭਗਤ ਕਹਿੰਦੇ ਹੈ ਤੇ ਗ੍ਰੰਥ ਵੀ ਕਹਿੰਦੇ ਹੈ। ਇੱਕ ਤਾਂ ਹੈ ਹਠ ਯੋਗ, ਦੂਸਰਾ ਹੈ ਜਿਹੜਾ ਭਗਤੀ ਯੋਗ। ਇਹਨਾਂ ਦੋਵਾਂ ਦੇ ਵਿੱਚੋਂ ਜਿਹੜਾ ਤੈਨੂੰ ਸੁਖਾਲਾ ਲੱਗਦਾ ਉਹ ਤੂੰ ਕਰ ਲਾ। ਇਹਦੇ ਕਰਨ ਨਾਲ
ਜੇ ਤੂੰ ਇਹ ਕਰ ਲਵੇਂ ਹਠ ਯੋਗ ਜਾਂ ਭਗਤੀ ਯੋਗ, ਤੇਰਾ ਮਨ ਨਿਰਮਲ ਹੋ ਜਾਵੇਗਾ ਤੇ ਮਨ ਟਿਕ ਵੀ ਜਾਏਗਾ। ਜਿਹੜਾ ਸੁਖਾਲਾ ਉਹ ਤੂੰ ਕਰ ਲਾ। ਕਹਿਣ ਲੱਗਾ ਮਹਾਰਾਜਾ ਮੈਨੂੰ ਖੋਲ ਕੇ ਸਮਝਾਓ। ਗੁਰੂ ਜੀ ਨੇ ਵਿਸਥਾਰ ਸਹਿਤ ਸਮਝਾਇਆ ਵੀ ਜੋ ਪਹਿਲਾ ਹੈ ਕਸ਼ਟ ਯੋਗ ਜਾਂ ਹਠ ਯੋਗ, ਉਹਦੇ ਅੱਗੇ 8 ਹਿੱਸੇ ਹੈ ਕਿ ਯਮ, ਨੇਮ, ਇਕਾਂਤ ਦੇਸ਼, ਆਸਣ, ਪ੍ਰਾਣਾਯਾਮ, ਧਿਆਨ, ਧਾਰਨਾ ਤੇ ਸਮਾਧੀ। ਇਹ ਜਿਹੜਾ ਕੋਈ ਇਹਨਾਂ 8 ਸਾਧਨਾਂ ਨੂੰ ਸਾਧ ਲੈਂਦਾ ਆ, ਅੰਤ ਨੂੰ ਪਰਮ ਪਦਵੀ ਪਾ ਲੈਂਦਾ ਹੈ। ਫਿਰ ਗੁਰੂ ਜੀ ਨੇ ਵਿਸਥਾਰ ਕਰਕੇ ਸਮਝਾਇਆ ਕਿ ਜਿਹੜਾ ਹੈ ਹਠ ਯੋਗ ਦਾ ਪਹਿਲਾ ਹਿੱਸਾ ਭਾਗ ਯਮ, ਉਹ ਅੱਗੇ 10 ਪ੍ਰਕਾਰ ਦਾ ਹੈ। ਉਹ ਵਿਸਥਾਰ ਸਹਿਤ ਸਤਿਗੁਰੂ ਜੀ ਨੇ ਸਮਝਾਇਆ ਹੈ। ਅੱਗੇ ਆਇਆ ਨੇਮ। ਨੇਮ ਵੀ ਦੱਸਿਆ ਵੀ ਉਹ ਵੀ 10 ਪ੍ਰਕਾਰ ਦਾ ਹੈ, ਜਿਹਦੇ ਵਿੱਚੋਂ ਆਪਾਂ ਜਿਹੜੇ ਆ 2 ਨੇਮ ਦੇ ਜਿਹੜਾ 2 ਤਰ੍ਹਾਂ ਦਾ ਅੱਗੇ ਨੇਮ ਹੋ ਜਾਂਦਾ 10 ਵਿੱਚੋਂ, ਉਹ ਆਪਾਂ ਸਰਵਣ ਕਰ ਲਿਆ ਹੈ। ਸੰਤੋਖ ਦੇ ਬਾਰੇ ਵਿਚਾਰ ਦੱਸੀ ਗੁਰੂ ਜੀ ਨੇ। ਤਪ ਬਾਰੇ ਦੱਸੀ 3 ਪ੍ਰਕਾਰ ਦਾ ਤਪ ਹੈ, ਰਾਜਸੀ, ਤਾਮਸੀ, ਸਾਤਕੀ। 2 ਪ੍ਰਕਾਰ ਦਾ ਸੰਤੋਖ ਹੈ। ਇੱਕ ਤੇ ਉਹ ਹੈ ਵੀ ਜਿਹੜਾ ਮਿਲਣਾ ਜੁੜਨਾ ਕੁਝ ਨਾ, ਤੇ ਐਵੇਂ ਕਹੀ ਜਾਣਾ ਵੀ ਅਸੀਂ ਤੇ ਜੀ ਤਿਆਗੀ ਹੁੰਦੇ ਹਾਂ, ਅਸੀਂ ਤੇ ਸੰਤੋਖੀ ਹੁੰਦੇ ਹਾਂ, ਕੁਝ ਨਹੀਂ ਖਾਂਦੇ। ਉਹਦੇ ਵਿੱਚ ਕੋਈ ਲਾਹਾ ਨਹੀਂ ਹੈ, ਕਿਉਂਕਿ ਉਹਦੇ ਵਿੱਚ ਆਪਣੀ ਜਸ ਵਡਿਆਈ ਹੈ ਵੀ ਬਹੁਤ ਸੰਤੋਖੀ ਹੈ, ਕੋਈ ਕਹੇਗਾ। ਦੂਸਰਾ ਹੈ ਜਿਹੜਾ ਯਥਾ ਲਾਭ ਤਥਾ ਸੰਤੁਸ਼ਟ, ਵੀ ਉਹ ਐਸੇ ਸੰਤ ਹੈ ਜੇ ਉਹਨਾਂ ਨੂੰ ਪ੍ਰਾਪਤ ਹੋ ਗਿਆ ਪਰਮੇਸ਼ਰ ਵੱਲੋਂ ਤਾਂ ਵੀ ਸੁਖੀ ਹੈ, ਜੇ ਨਹੀਂ ਮਿਲਿਆ ਤਾਂ ਵੀ ਸੁਖੀ ਹੈ। ਉਹ ਇਹ ਨਹੀਂ ਵੀ ਜੇ ਮਿਲੇ ਨਾ ਤੇ ਵੱਧ ਘੱਟ ਬੋਲਦੇ ਆ ਵੀ ਭੁੱਖੇ ਮਰ ਗਏ ਆ, ਤਾਂ ਵੀ ਉਹਨਾਂ ਨੂੰ ਸੰਤੋਖ ਹੀ ਹੈ। ਤੇ ਜੇ ਉਹਨਾਂ ਨੂੰ ਮਿਲ ਗਿਆ ਤਾਂ ਬਹੁਤਾ ਖੁਸ਼ ਨਹੀਂ ਹੁੰਦੇ, ਉਹ ਵੀ ਛਕ ਛਕਾ ਕੇ ਸ਼ੁਕਰਾਨਾ ਹੀ ਕਰਦੇ, ਹਰ ਵੇਲੇ ਸ਼ੁਕਰਾਨਾ ਹੀ ਕਰਦੇ ਹਾਂ ਮਹਾਰਾਜ ਦਾ। ਇਹ ਆਪਾਂ ਪ੍ਰਸੰਗ ਕੱਲ੍ਹ ਜਿਹੜਾ ਵਿਸਥਾਰ ਨਾਲ ਸਰਵਣ ਕਰ ਲਿਆ ਹੈ। ਅੱਗੇ ਜਿਵੇਂ ਕਥਾ ਵਿਚਾਰ ਆ ਰਹੀ ਹੈ ਉਹ ਆਪਾਂ ਸਰਵਣ ਕਰੀਏ। ਸਰਵਣ ਕਰਨ ਤੋਂ ਪਹਿਲਾਂ ਗੁਰੂ ਚਰਨਾਂ 'ਚ ਨਵਾਓ ਸੀਸ ਉਚਾਰਨ ਕਰੋ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਵਾਹਿਗੁਰੂ ਕੀ ਰਜਾਏ ਪੈ। ਹੇ ਰਾਜਨ, ਜਿਹੜੇ ਸੰਤ ਯਥਾ ਲਾਭ ਤਥਾ ਸੰਤੁਸ਼ਟ ਯੋਗੀ ਲੋਕ ਇਸ ਨੂੰ ਧਾਰਨ ਕਰਦੇ, ਉਹ ਕੀ ਕਰਦੇ ਹੈ? ਹਰ ਇੱਕ ਪਰਮੇਸ਼ਰ ਦੇ ਦਿੱਤੇ ਹੋਏ 'ਚ ਕੀਤੇ ਹੋਏ ਖੁਸ਼ ਰਹਿੰਦੇ ਹੈ। ਉਹ ਵਾਹਿਗੁਰੂ ਦੀ ਰਜ਼ਾ ਦੇ ਉੱਪਰ ਹਰਖੈ ਮਨ ਸੁਖ ਪਾਏ। ਖੁਸ਼ ਹੁੰਦੇ ਵਾਹਿਗੁਰੂ ਦੀ ਰਜ਼ਾ ਵਿੱਚ ਰਹਿੰਦਿਆਂ ਹੋਇਆਂ। ਤੇ ਉਹਨਾਂ ਯੋਗੀ ਪੁਰਸ਼ਾਂ ਨੇ, ਮਹਾਨ ਪੁਰਸ਼ਾਂ ਨੇ, ਸੰਤੋਖੀਆਂ ਪੁਰਸ਼ਾਂ ਨੇ ਮਨ ਵਿੱਚ ਸੁਖ ਪਾਇਆ ਹੈ। ਤੀਸਰ ਆਸਤਕ ਬੁੱਧ ਹੈ। ਤੀਸਰਾ ਨੇਮ ਹੈ ਆਸਤਕ ਬੁੱਧੀ, ਸ਼ਰਧਾ ਵਾਲੀ ਬੁੱਧੀ। ਗੁਰ ਬਚ ਦ੍ਰਿੜ ਨਿਸ਼ਚਾਏ। ਉਹ ਸ਼ਰਧਾ ਵਾਲੀ ਬੁੱਧੀ ਕੀ, ਆਸਤਕਾਂ ਵਾਲੀ ਬੁੱਧੀ ਕੀ, ਕਿ ਜਿਹੜੇ ਗੁਰੂ ਦੇ ਬਚਨ ਹੈ ਉੱਤੇ ਦ੍ਰਿੜ ਨਿਸ਼ਚਾ ਵੀ ਜੋ ਮੇਰੇ ਗੁਰੂ ਨੇ ਕਹਿ ਦਿੱਤਾ ਹੈ ਉਹ ਬਿਲਕੁਲ 16 ਆਨੇ ਸੱਚ ਹੈ। ਉਹ ਇੱਕ ਇੱਕ ਬਚਨ ਸੱਚ ਹੈ। ਗੁਰੂ ਦੇ ਬਚਨਾਂ ਤੇ ਦ੍ਰਿੜ ਪੱਕਾ ਨਿਸ਼ਚਾ ਯਕੀਨ ਹੋਣਾ। ਇੱਕ ਤੇ ਇਹ ਹੈ ਨਾ ਕਿ ਜਿਵੇਂ ਪ੍ਰਚਾਰਕ ਲੋਕ ਉਹ ਕਥਾ ਕਰ ਲੈਂਦੇ ਆ ਗੁਰੂ ਗ੍ਰੰਥ ਸਾਹਿਬ ਜੀ ਦੀ, ਜਦੋਂ ਕਿਤੇ ਸਨਾਤਨ ਮਤ ਦੀਆਂ ਕੋਈ ਸਾਖੀਆਂ ਆ ਜਾਂਦੀਆਂ ਤੇ ਉਹ ਸੁਣੂ ਕੇ ਮਗਰੋਂ ਮਿਥਿਹਾਸਕ ਕਹਿ ਦੇਣਗੇ। ਤੇ ਇਹਨਾਂ ਗੱਲਾਂ ਤੋਂ ਇਹ ਵੀ ਸਿੱਧ ਹੋ ਜਾਂਦਾ ਵੀ ਗੁਰੂ ਸਾਹਿਬ ਜੀ ਨੇ ਮਿਥਿਹਾਸਕ ਹੀ ਲਿਖ ਦਿੱਤਾ ਹੈ ਸਾਨੂੰ ਸਮਝਾਉਣ ਵਾਸਤੇ। ਨਾਲ ਤੁਕ ਗੰਢ ਦੇਣਗੇ, ਲਾ ਦੇਣਗੇ। ਮਨ ਸਮਝਾਵਣ ਕਾਰਨ ਕਛੂਕ ਪੜੀਏ ਗਿਆਨ।
ਕਿ ਮਨ ਨੂੰ ਸਮਝਾਉਣ ਵਾਸਤੇ ਕੁਝ ਕੁ ਗਿਆਨ ਪੜ੍ਹੀ ਐਵੇਂ ਦਾ ਝੂਠ ਮੂਠ ਦਾ, ਪਰ ਉਹ ਝੂਠ ਨਹੀਂ ਹੈ, ਸਭ ਕੁਝ ਸੱਚ ਹੈ ਜੋ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਲਿਖ ਦਿੱਤਾ ਹੈ। ਗੁਰੂ ਦੇ ਬਚਨਾਂ ਤੇ ਦ੍ਰਿੜ ਨਿਸ਼ਚਾ ਕਰੇ। ਇਹ ਜਿਹੜੀ ਆਸਤਕ ਬੁੱਧੀ ਹੈ, ਸ਼ਰਧਾ ਵਾਲੀ ਬੁੱਧੀ ਬਣਾਵੇ, ਗੁਰੂ ਦੇ ਬਚਨਾਂ ਤੇ ਦ੍ਰਿੜ ਯਕੀਨ ਭਰੋਸਾ ਰੱਖੇ। ਇਹ ਤੀਸਰਾ ਨੇਮ ਹੈ। ਚੌਪਈ ਚੌਥੇ ਦਾਨ ਦੇਨ ਕੋ ਦਾਤਾ। ਚੌਥਾ ਹੈ ਦਾਨ ਨੇਮ, ਤੇ ਉਹ ਜਿਹੜਾ ਕੋਈ ਦਾਤਾ ਬਣ ਕੇ ਦਾਨ ਦੇਣਾ ਹੈ, ਉਹ ਹੈ ਚੌਥਾ ਨੇਮ। ਜਿਹੜਾ ਦਾਨ ਕਿਵੇਂ ਕਰਨਾ ਹੈ, ਅੱਗੇ ਦਾਨ ਦੀ ਦੱਸਦੇ ਆ ਖੁਲਾਸਾ ਕਰਕੇ। ਧਮ ਰਾਜ ਸਤ ਗੁਣ ਤਹ ਤ੍ਰੈ ਭਾਂਤਾ। ਉਹ ਦਾਨ ਕਿੰਨੇ ਪ੍ਰਕਾਰ ਦਾ ਹੈ? ਇੱਕ ਤਾਂ ਹੈ ਤਾਮਸੀ ਤਮੋ ਗੁਣੀ, ਇੱਕ ਰਾਜਸੀ, ਇੱਕ ਸਾਤਕੀ ਸਤੋ ਗੁਣੀ। ਇਹ 3 ਪ੍ਰਕਾਰ ਦਾ ਹੈ ਦਾਨ। ਕਲਹ ਕ੍ਰੋਧ ਸੋ ਬਿਨ ਸ਼ੁਭ ਕਾਲਾ। ਵੀ ਜੋ ਦਾਨ ਇੱਕ ਤੇ ਹੈ ਜਿਹੜਾ ਤਮੋ ਗੁਣੀ, ਕਲੇ ਕਰਕੇ ਦਾਨ ਦੇਣਾ, ਕਿ ਇਹਨੂੰ ਵੱਧ ਘੱਟ ਬੋਲ ਕੇ ਜਿਵੇਂ ਆਮ ਹੀ ਉਹ ਕੀਤਾ ਜਾਂਦਾ ਹੈ ਕਿ ਕੋਈ ਦਰਵਾਜ਼ੇ ਤੇ ਆ ਜੇ ਕੋਈ ਮੰਗਣ ਵਾਲਾ ਤੇ 100 ਗੱਲ ਸਾਡੇ ਵਰਗੇ ਸੁਣਾ ਦਿੰਦੇ ਆ ਵੀ ਲੈ ਚੰਗਾ ਭਲਾ ਹੈ ਤੂੰ, ਤੈਨੂੰ ਕੀ ਹੋਇਆ, ਕਮਾਈ ਕਰਕੇ ਖਾ ਹਾਂ। ਰਗੜਾ ਝਗੜਾ ਕਰਕੇ ਦੇਣਾ, ਵਾਧੂ ਘਾਟੂ ਬੋਲਣਾ, ਐਵੇਂ ਆ ਜਾਂਦੇ ਆ ਮੰਗਣ। ਇਹ ਜਿਹੜਾ ਕਲੇ ਨਾਲ ਦਾਨ ਦੇਣਾ। ਦੂਸਰਾ ਕ੍ਰੋਧ ਨਾ, ਵੰਡਦਿਆਂ ਵਡਾਉਂਦਿਆਂ ਕਹਿਣਾ ਪਿੱਛੇ ਹਟ ਕੇ ਖਲੋ ਜਾ, ਤੈਨੂੰ ਦਿਖਦਾ ਨਹੀਂ ਹੈ। ਜਾਂ ਹੋਰ ਕਲੇ ਦੇ ਬਚਨ ਬੋਲਣੇ, ਕ੍ਰੋਧ ਨਾਲ ਬੋਲਣਾ, ਗੁੱਸੇ ਨਾਲ ਬੋਲਣਾ, ਆ ਲੈ ਲਾ ਖਾ ਲਾ। ਇਹ ਵੀ ਦਾਨ ਕਈ ਲੋਕ ਕਰਦੇ ਆ। ਫਿਰ ਬਿਨਾਂ ਸ਼ੁਭ ਕਾਲਾ, ਸ਼ੁਭ ਸਮੇਂ ਤੋਂ ਬਿਨਾਂ, ਜਿਵੇਂ ਸੰਗਰਾਂਦ 'ਤੇ ਦਾਨ ਦਿੱਤਾ, ਪੂਰਨਮਾਸ਼ੀ ਮੱਸਿਆ ਆਦਿਕ ਦਿਨ ਦਿਹਾੜ 'ਤੇ ਦਿੱਤਾ, ਉਹਦੇ ਹੈ ਨਾ ਸ਼ੁਭ ਸਮਾਂ, ਉਸ ਤੋਂ ਬਿਨਾਂ ਜਿਹੜਾ ਦਾਨ ਦੇਣਾ ਹੈ। ਜਾਂ ਫਿਰ ਐਵੇਂ ਵੀ ਜਦੋਂ ਤੱਕ ਕਿਸੇ ਨੂੰ ਜ਼ਰੂਰਤ ਹੋਈ ਉਦੋਂ ਤੇ ਦੇਣਾ ਨਾ, ਬਾਅਦ ਵਿੱਚ ਕਹਿਣਾ ਵੀ ਆ ਖਾ ਲਾ, ਲੈ ਲਾ। ਉਹ ਬੜਾ ਨੂੰ ਸਖਤੀ ਨਾਲ ਬੋਲਣਾ। ਜਿਹੜਾ ਕਲੇ ਨਾਲ ਰਗੜੇ ਝਗੜੇ ਨਾਲ ਦਾਨ ਦੇਣਾ, ਫਿਰ ਕ੍ਰੋਧ ਨਾਲ ਦੇਣਾ, ਜਾਂ ਬਿਨਾਂ ਸ਼ੁਭ ਸਮੇਂ ਤੋਂ ਜਾਣ ਕੇ ਦੇਣਾ ਹੈ। ਤੇਤ ਤਾਮਸੀ ਰੀਤ ਵਿਸਾਲਾ। ਇਹ ਤਾਮਸੀ ਦਾਨ ਹੈ, ਇਹੋ ਜਿਹਾ ਦੇਣਾ ਜਿਹਦੀ ਰੀਤੀ ਮਰਿਆਦਾ ਬੜੀ ਮਾੜੀ ਹੈ। ਜਿਸ ਨਿਜ ਜਸ ਹੇਤ ਦੇਤ ਜੋ ਦਾਨਾ। ਜਿਹੜੇ ਆਪਣੇ ਜਸ ਵਾਸਤੇ ਦਾਨ ਦਿੰਦੇ ਆ, ਆਪਣੀ ਵਡਿਆਈ ਵਾਸਤੇ, ਜਿਵੇਂ ਸ਼ਹਿਰਾਂ 'ਚ ਬਹੁਤੇ ਬ੍ਰਾਹਮਣ ਖੱਤਰੀਆਂ ਦਾ ਇਹੋ ਹੀ ਹਾਲ ਹੈ ਵੀ 8-10 ਜਣ ਨੂੰ ਖਵਾ ਕੇ ਬਾਅਦ ਵਿੱਚ ਜੂਠੀਆਂ ਪੱਤਲਾਂ ਕਰ ਕਰਕੇ ਆਪ ਵੀ ਖਾ ਕੇ ਸੜਕ 'ਤੇ ਸੁੱਟੀ ਜਾਣੀਆਂ ਵੀ ਅੱਜ ਬਹੁਤ ਤਗੜਾ ਹੀ ਨਾ ਭੋਜਨ ਕੀਤਾ, ਲੰਗਰ ਲੱਗਦਾ। ਇਹ ਜਿਹੜਾ ਵੀ ਬਾਹਰ ਲੋਕ ਕਹਿਣ ਵੀ ਬੜਾ ਦਾਨੀ ਹੈ, ਜਾਂ ਕਿਸੇ ਨੂੰ ਦੇ ਲੈ ਕੇ ਤੇ ਫਿਰ ਉਹਦੀ ਫੋਟੋ ਫਾਟੋ ਖਿੱਚ ਲੈਣੀ, ਉਹ ਵੀ ਵਡਿਆਈ ਦੀ ਭੁੱਖ ਹੈ ਵੀ ਫਲਾਣੇ ਥਾਂ ਸਾਨੇ ਦਿੱਤਾ ਹੈ, ਤੇ ਉਹ ਕਹਿਣਗੇ ਵੀ ਹਾਂ ਬੜਾ ਇਹ ਦਾਨ ਕਰਦਾ ਆਉਣ ਡਿਆ, ਕਿੰਨੇ ਦਿਨਾਂ ਤੈਨੂੰ ਵਹਿੰਦੇ ਹੋ ਰਹੇ ਫੋਟੋਆਂ ਰਾਹੀਂ। ਅੱਜ ਕੱਲ੍ਹ ਤੇ ਜਿਵੇਂ ਸੋਸ਼ਲ ਮੀਡੀਆ 'ਤੇ ਪ੍ਰਚਾਰ ਹੋਣ ਲੱਗ ਪੈਂਦਾ ਹੈ। ਇਹ ਜਿਹੜਾ ਆਪਣੇ ਜਸ ਵਾਸਤੇ ਕੋਈ ਦਾਨ ਦੇਣਾ ਹੈ, ਇਹ ਰਾਜਸੀ ਫਲ ਲੱਗ ਜਾਣਾ। ਇਹ ਰਾਜਸੀ ਦਾਨ ਹੈ। ਇਹਦਾ ਵੀ ਰਾਜਨ ਛੋਟਾ ਹੀ ਫਲ ਜਾਣ ਲਾ, ਥੋੜੇ ਸਮੇਂ ਦੀ ਬੱਲੇ ਬੱਲੇ ਹੁੰਦੀ ਹੈ। ਇਹ ਬੜਾ ਦਾਨੀ ਇਹ। ਕਰ ਕੈ ਬਿਨਾ ਦੇ ਨਰ ਦੇਖੀ। ਤੀਸਰਾ ਦਾਨ ਹੈ ਸਤੋ ਗੁਣੀ, ਕਿ ਇੱਕ ਦੇ ਬੇਨਤੀ ਕਰਕੇ ਦੇਣਾ, ਫਿਰ ਮਨੁੱਖ ਦੇਖ ਕੇ ਦੇਣਾ ਵੀ ਅਧਿਕਾਰੀ ਕਿ ਅਨਅਧਿਕਾਰੀ ਹੈ, ਪਾਤਰ ਹੈ ਕਿ ਕੁਪਾਤਰ ਹੈ। ਜਿਹੜਾ ਬੇਨਤੀ ਕਰਕੇ ਦੇਣਾ ਪ੍ਰੇਮ ਨਾਲ, ਆਪਣੀ ਵਡਿਆਈ ਦੀ ਭੁੱਖ ਨਾ ਹੋਣੀ, ਨਾ ਕੋਈ ਗੁੱਸਾ ਹੀ ਕਰਨਾ, ਉੱਦਾਂ ਆਪਣੀ ਮੌਜ ਨਾਲ ਖੁਸ਼ੀ ਨਾਲ ਦੇਣਾ, ਬੇਨਤੀ ਕਰਕੇ ਵੀ ਛਕੋ ਜੀ, ਪੈਸੇ ਲਓ ਜੀ, ਆਹ ਕੱਪੜੇ ਲੈ ਲਓ ਜੀ, ਮਾਣ ਤਾਣ ਨਾਲ ਦੇਣੀ। ਫਿਰ ਅਧਿਕਾਰੀ ਦੇ ਕੇ ਦੇਣਾ, ਵੀ ਚੋਰ ਨੂੰ ਦੇਵਾਂਗੇ ਤੇ ਜੋ ਖਾ ਕੇ ਚੋਰੀ ਕਰੂਗਾ, ਡਾਕੂ ਨੂੰ ਦੇਵਾਂਗੇ ਉਹ ਡਕੈਤੀ ਕਰੇਗਾ, ਰੱਜੇ ਪੁੱਜੇ ਨੂੰ ਦੇਵਾਂਗੇ ਉਹ ਦਾਨ ਦਾ ਕੋਈ ਗੁਣ ਨਹੀਂ ਜਾਣੇਗਾ, ਘਰ ਜਾ ਕੇ ਇੱਧਰ ਉੱਧਰ ਸੁੱਟ ਸੱਟ ਦੇਵੇਗਾ।
ਮਨੁੱਖ ਨੂੰ ਦੇਖ ਕੇ ਦਾਨ ਕਰਨਾ, ਇਹ ਵੀ ਬੜੀ ਇੱਕ ਤਗੜੀ ਸਿਆਣਪ ਹੈ। ਸਾਰ ਕਿਤਾਵਲੀ ਵਿੱਚ ਵੀ ਲਿਖਿਆ ਹੈ ਵੀ ਪਾਤਰ ਕੁਪਾਤਰ ਨੂੰ ਹੀ ਦਾਨ ਦੇਣਾ ਚਾਹੀਦਾ। ਜਿਹੜਾ ਕੋਈ ਅਧਿਕਾਰੀ ਅੰਨ ਅਧਿਕਾਰੀ ਨੂੰ ਦਾਨ ਦੇ ਦਿੱਤਾ ਤੇ ਉਹ ਕਿਸੇ ਲਾਹੇ ਦਾ ਨਹੀਂ। ਮਨੁੱਖ ਨੂੰ ਦੇਖ ਕੇ ਦਾਨ ਦੇਣਾ ਵੀ ਗਰੀਬ ਮਾਤੜ ਨੂੰ ਜਿਹੜਾ ਦਿੱਤੇ ਦੀ ਕਦਰ ਵੀ ਜਾਣੇ, ਸੰਭਾਲ ਕੇ ਛਕੇ ਛਕਾਵੇ ਰੱਖੇ। ਜੇ ਨਸ਼ੇੜੀ ਨੂੰ ਦੇ ਦਿੱਤਾ ਦਾਨ 200-400 ਰੁਪਈਆ ਤੇ ਉਹ ਵੀ ਜਾ ਕੇ ਨਸ਼ਾ ਹੀ ਕਰ ਲਵੇਗਾ ਵੀ ਦਾਨ ਕਿਸੇ ਕੰਮ ਨਹੀਂ ਹੈ, ਤਾਂ ਕੋਈ ਫਲ ਨਹੀਂ ਹੈ। ਤੇ ਜੇ ਕਿਸੇ ਨੂੰ ਦਾਨ ਦੇ ਦਿੱਤਾ ਉਲਟਾ ਹੀ ਵੀ 200-300 ਰੁਪਈਆ ਫੜਾ ਦਿੱਤਾ, ਉਹ ਨਸ਼ਾ ਕਰ ਲਿਆ ਇਹਨੇ, ਚੜ੍ਹਾਈ ਆਦਿਕ ਕਰ ਗਿਆ। ਘਰ ਵਾਲੇ ਉਹਨੂੰ ਕਹਿਣਗੇ ਵੀ ਇਹਨੇ ਦਿੱਤੇ ਪੈਸੇ ਤਾਂ ਕਰਕੇ ਹੋ ਗਿਆ ਹੈ, ਫਿਰ ਉਹ ਭੁਗਤਣਾ ਪੈ ਜਾਊਗਾ ਕਿਉਂਕਿ ਉਹ ਕੁਪਾਤਰ ਨਹੀਂ ਹੈ, ਅਨਅਧਿਕਾਰੀ ਹੈ। ਦਾਨ ਦੇਣਾ ਜਿਹਨੂੰ ਦਿੱਤਾ ਹੈ ਬੇਨਤੀ ਕਰਕੇ ਦਾਨ ਦੇਣਾ ਤੇ ਫਿਰ ਮਨੁੱਖ ਦਾਨ ਦੇਣਾ ਦੇਖ ਕੇ ਵੀ ਇਹ ਪਾਤਰ ਹੈ, ਅਧਿਕਾਰੀ ਹੈ ਕਿ ਅਨਅਧਿਕਾਰੀ ਹੈ। ਇਹੋ ਸੰਤ ਕੀ ਫਲਤ ਵਿਸੇਖੀ, ਇਹ ਹੈ ਸਤੋ ਗੁਣੀ ਦਾਨ ਜਿਹਦਾ ਬਹੁਤਾ ਹੀ ਫਲ ਫਲਦਾ ਹੈ। ਦੋਹਰਾ ਵਾਹਿਗੁਰੂ ਕੋ ਜਾਣਕ, ਵਾਹਿਗੁਰੂ ਪਰਮੇਸ਼ਰ ਦੇ ਸਭ ਕੁਝ ਜਾਣ ਕੇ, ਸਭੈ ਪਦਾਰਥ ਦੇ, ਸਾਰੇ ਪਦਾਰਥ ਵਾਹਿਗੁਰੂ ਦੇ ਜਾਣ ਕੇ ਤੇ ਉਹਨੂੰ ਦੇਣੇ ਵੀ ਇਹਦੇ ਵਿੱਚ ਮੇਰਾ ਤੇ ਕੁਝ ਨਹੀਂ ਹੈ ਮਹਾਰਾਜ, ਤੁਸਾਂ ਨੇ ਮਾਤੜ ਨੂੰ ਦਿੱਤਾ ਹੈ, ਅੱਗੇ ਅਸਾਂ ਨੇ ਦੇ ਦਿੱਤਾ, ਇਹਦੇ ਵਿੱਚ ਸਾਡਾ ਤੇ ਕੁਝ ਨਹੀਂ ਹੈ ਮਹਾਰਾਜ। ਤਨਕ ਨਾ ਆਪਣਾ ਮਾਨਈ, ਭੋਰਾ ਮਾਤਰ ਥੋੜਾ ਮਾਤਰ ਵੀ ਆਪਣਾ ਨਾ ਮੰਨੇ ਵੀ ਮੈਂ ਦੇ ਰਿਹਾ ਹਾਂ, ਤਾਹੇ ਅਖੈ ਫਲ ਲੇ। ਇਹ ਜਿਹੜਾ ਇਹੋ ਜਿਹਾ ਕੀਤਾ ਹੋਇਆ ਫਲ ਹੈ ਨਾ ਸਤੋ ਗੁਣੀ ਦਾਨ ਦਾ, ਉਸ ਦਾਨ ਦਾ ਅਖੈ ਫਲ ਲੈਂਦਾ ਉਹ ਮਨੁੱਖ ਅਵਿਨਾਸੀ, ਨਾਸ ਤੋਂ ਰਹਿਤ ਐਸਾ ਫਲ ਲੈਂਦਾ, ਪ੍ਰਾਪਤ ਕਰਦਾ ਹੈ। ਚੌਪਈ ਦਰਬ ਕਿਦੋਂ ਵਿਦਿਆ ਕੋ ਦਾਨਾ, ਫਿਰ ਸਤੋ ਗੁਣੀ ਦਾਨ ਇਹ ਵੀ ਹੈ ਕਿ ਕਿਸੇ ਲੋੜਵੰਦ ਨੂੰ ਪੈਸਾ ਦੇਣਾ। ਲੋੜਵੰਦ ਤੇ ਨਸ਼ੇੜੀ ਵੀ ਉਹ ਨਹੀਂ, ਪਹਿਲਾਂ ਕਹਿ ਦਿੱਤਾ ਹੈ ਵੀ ਜਿਹੜਾ ਕੋਈ ਜਿਹਦਾ ਕਿਸੇ ਦਾ ਕਾਰਜ ਹੋ ਜਾਏ ਤੇ ਉਹ ਬਹੁਤ ਵਿਚਾਰਾ ਕਰਾ ਨਹੀਂ ਕੁਝ ਸਕਦਾ, ਉਹਨੂੰ ਦੇ ਦਿੱਤਾ ਪੈਸਾ, ਉਹ ਵੀ ਸਫਲ ਹੈ। ਫਿਰ ਕਿਸੇ ਭੁੱਖੇ ਪਿਆਸੇ ਦੇ ਮੂੰਹ ਵਿੱਚ ਪਦਾਰਥ ਪਾ ਦੇਣਾ ਬਿਨਾਂ ਕਿਸੇ ਲਾਲਚ ਤੋਂ, ਵੀ ਆਪਣਾ ਕੰਮ ਵਾਸਤੇ ਨਾ ਦੇਣਾ, ਵੀ ਦੇ ਦੂ ਕੇ ਤੇ ਬਾਅਦ ਵਿੱਚ ਉਸੇ ਵੇਲੇ ਆਪਣੇ ਘਰ ਕੰਮੇ ਲਾ ਲੂ ਲੈਣਾ, ਇਹ ਵੀ ਦਾਨ ਨਹੀਂ ਸਫਲਾ ਹੈ। ਭਾਵ ਖੁਸ਼ੀ ਨਾਲ ਪੈਸਾ ਦੇ ਦੇਣਾ, ਮੁੱਖ ਵਿੱਚ ਕੋਈ ਪਦਾਰਥ ਪਾਉਣ ਨੂੰ ਦੇ ਦੇਣਾ ਤੇ ਜਾਂ ਬ੍ਰਹਮ ਵਿਦਿਆ ਦਾ ਦਾਨ ਦੇ ਦੇਣਾ। ਜੀਤ ਸੰਤ ਕੀ ਹੋਵੇ ਨਿਰਮਾਨਾ, ਨਿਮਰਤਾ ਵਾਲੇ ਹੋ ਕੇ ਜਿਹੜਾ ਕੋਈ ਸਤੋ ਗੁਣੀ ਦਾਨ ਦਿੰਦਾ ਹੈ, ਬੜਾ ਗਰੀਬ ਨਿਮਾਣਾ ਹੋ ਕੇ ਬੜਾ ਮਹਾਨ ਸਫਲ ਹੈ। ਤਿਹ ਕੋ ਫਲ ਹੋਵੇ ਅਮਿਤ ਵਿਸ਼ਾਲਾ, ਰਾਜਾ ਸ਼ਿਵਨਾਭ ਐਸੇ ਦਾਨ ਦਾ ਜਿਹੜਾ ਫਲ ਹੈ ਮਿੰਤੀ ਤੋਂ ਰਹਿਤ ਹੈ, ਬੇਅੰਤ। ਸੰਤ ਵੀ ਕਹਿੰਦੇ, ਗ੍ਰੰਥ ਵੀ ਕਹਿੰਦੇ ਹਨ। ਵੇਦ ਸੰਤ ਭਾਖਤ ਇਸ ਢਾਲਾ, ਸੰਤ ਵੀ ਕਹਿੰਦੇ ਆ, ਧਰਮ ਦੇ ਗ੍ਰੰਥ ਗਿਆਨਮਈ ਪੁਸਤਕ ਵੀ ਇਸ ਤਰ੍ਹਾਂ ਕਹਿੰਦੇ ਹਨ ਕਿ ਸਤੋ ਗੁਣੀ ਇਹ ਦਾਨ ਬਹੁਤ ਹੀ ਮਹਾਨ ਫਲ ਵਾਲਾ ਹੈ। ਪੰਚਮ ਪੂਜਾ ਮਨ ਕਰ ਕਰਨੀ, ਪੰਜਵਾਂ ਨੇਮ ਕੀ ਹੈ ਕਿ ਪੂਜਾ ਉਹ ਮਨ ਕਰਕੇ ਕਰਨੀ, ਐਵੇਂ ਜਿਹੜਾ ਦਿਖਾਵੇ ਮਾਤਰ ਨਹੀਂ ਕਰਨੀ, ਮਨ ਲਾ ਕੇ ਅੰਦਰੋਂ ਪੂਜਾ ਕਰਨੀ। ਹਿਰਦੇ ਭਾਵਨੀ ਗੁਰੂ ਮਹਿ ਧਰਨੀ, ਹਿਰਦੇ ਦੀ ਜਿਹੜੀ ਭਾਵਨਾ ਹੈ, ਸ਼ਰਧਾ ਹੈ, ਉਹ ਗੁਰੂ ਵਿੱਚ ਧਾਰਨੀ ਰੱਖਣੀ ਕਿ ਮੇਰੇ ਗੁਰੂ ਸਮਰੱਥ ਹੈ, ਮੇਰੇ ਗੁਰੂ ਦਿਆਲੂ ਹੈ, ਮੇਰੇ ਗੁਰੂ ਮਹਾਨ ਹੈ, ਮੇਰੇ ਗੁਰੂ ਪੂਰਨ ਕਾਮਨਾ ਕਰਨ ਵਾਲੇ ਹੈ, ਪਤਿਤ ਪਾਵਨ ਹੈ, ਭਗਤ ਵਛਲ ਹੈ। ਸਫਲੀ ਪੂਜਾ ਹੋਵਤ ਤਾਂ ਕੀ, ਉਸ ਦੀ ਇਹ ਸਫਲ ਪੂਜਾ ਹੁੰਦੀ ਜਿਹਦੇ ਅੰਦਰ ਸ਼ਰਧਾ ਭਾਵਨਾ ਹੈ। ਸਦਾ ਭਾਵਨੀ ਸੋ ਮਤ ਜਾਂ ਕੀ, ਜਿਸ ਦੀ ਅਕਲ ਮਤ ਸਦਾ ਹੀ ਭਾਵਨਾ ਵਾਲੀ ਹੈ, ਸ਼ਰਧਾ ਵਾਲੀ ਹੈ, ਉਹਦੀ ਕੀਤੀ ਹੋਈ ਪੂਜਾ ਸਫਲ ਹੈ। ਇਹ ਪੰਜਵਾਂ ਨੇਮ ਹੈ। ਦੋਹਰਾ ਛਠਵ ਨੇਮ ਨਿਜ ਗੁਰ ਸ਼ਬਦ, ਛੇਵਾਂ ਨੇਮ ਕੀ ਹੈ
ਕਿ ਜਿਹੜਾ ਆਪਣੇ ਗੁਰੂ ਦੇ ਸ਼ਬਦ ਵਾਕ ਹਨ, ਤਾਂ ਕਿ ਜੇ ਅਨਸਾਰ ਉਸ ਦੇ ਜੋ ਅਨੁਸਾਰੀ ਗ੍ਰੰਥ ਹੈ, ਉਸ ਦੇ ਅਨੁਸਾਰੀ ਜੋ ਮਤ ਹੈ, ਉਸ ਦੇ ਅਨੁਸਾਰੀ ਜੋ ਬਚਨ, ਜਿਹੋ ਜਿਹੇ ਗੁਰੂ ਦੇ ਸ਼ਬਦ ਵਾਕ ਹੈ, ਉਹਨਾਂ ਸ਼ਬਦਾਂ ਦੇ ਅਨੁਸਾਰੀ ਜਿਹੜੇ ਮਤ ਹੈ, ਜਾਂ ਉਹਨਾਂ ਸ਼ਬਦਾਂ ਦੇ ਅਨੁਸਾਰੀ ਜਿਹੜੇ ਕੋਈ ਗ੍ਰੰਥ ਹੈ, ਉਹਨਾਂ ਸ਼ਬਦਾਂ ਦੇ ਅਨੁਸਾਰੀ ਜਿਹੜੇ ਕੋਈ ਬਚਨ ਹਨ, ਤੇ ਨਹੀਂ ਕੋ ਪੜ ਹੈ ਸੁਨੈ। ਉਹਨਾਂ ਜਿਹੜੇ ਗੁਰੂ ਦੇ ਸ਼ਬਦਾਂ ਅਨੁਸਾਰ ਹੈ ਨਾ ਬਚਨ ਗ੍ਰੰਥ ਮਤ ਸਿਧਾਂਤ, ਉਹਨਾਂ ਨੂੰ ਇਹ ਜਿਹੜਾ ਗੁਰੂ ਕਾ ਸਿੱਖ ਪੜ੍ਹੇ ਤੇ ਸੁਣੇ, ਤਿਨ ਕੋ ਕਰਹਿ ਵਿਚਾਰ। ਤੇ ਉਹਨਾਂ ਬਚਨਾਂ ਦੇ ਅਨੁਸਾਰ ਜਿਹੜੇ ਪੜ੍ਹਨਾ ਸੁਣਨਾ ਤੇ ਉਹਨਾਂ ਬਚਨਾਂ ਦਾ ਹੀ ਵਿਚਾਰ ਕਰੇ। ਚੌਪਈ ਗੁਰੂ ਸਿਧਾਂਤ ਬਿਨਾ ਜੋ ਆਨਾ। ਗੁਰੂ ਦੇ ਸਿਧਾਂਤ ਮਤ ਬਚਨਾਂ ਤੋਂ ਬਿਨਾ ਜਿਹੜੇ ਕੋਈ ਹੋਰ ਬਚਨ ਜਾਂ ਹੋਰ ਗ੍ਰੰਥ ਹੈ, ਜਿਹੜੇ ਗੁਰੂ ਦੇ ਸਿਧਾਂਤ ਮਤ ਨਾਲ ਨਹੀਂ ਮਿਲਦੇ, ਤਿਨਕੇ ਬਚਨ ਸੁਨੇ ਨਹਿ ਕਾਨਾ। ਉਹਨਾਂ ਗ੍ਰੰਥਾਂ ਦੇ ਬਚਨ ਜਾਂ ਉਹਨਾਂ ਭਜਨਾਂ ਨੂੰ ਨਾ ਤੇ ਉਹਨਾਂ ਨੂੰ ਕਦੀ ਨਾ ਸੁਣੇ, ਪੜ੍ਹਨ ਦੀ ਤੇ ਦੂਰ ਦੀ ਗੱਲ ਹੈ। ਸਪਤਮ ਪੜੈ ਸੁਨੈ ਜਿਹ ਰੀਤੀ। ਸਤਵਾਂ ਨੇਮ ਇਹ ਹੈ ਕਿ ਜਿਸ ਤਰ੍ਹਾਂ ਦੀ ਰੀਤੀ ਮਰਿਆਦਾ ਨਾਲ ਪੜ੍ਹਨਾ ਸੁਣਨਾ ਹੈ, ਭਾਵ ਜਿਸ ਤਰ੍ਹਾਂ ਆਪ ਕੋਈ ਪੜ੍ਹਨਾ ਸੁਣਨਾ ਵਿਚਾਰਨਾ ਹੈ, ਵਰਤੈ ਤਿਹ ਅਨੁਸਾਰ ਸੁਪ੍ਰੀਤੀ। ਬੜੀ ਪ੍ਰੀਤੀ ਦੇ ਸਹਿਤ ਉਸੇ ਤਰ੍ਹਾਂ ਰੀਤੀ ਦੇ ਨਾਲ ਹੀ ਆਪ ਵਰਤੇ, ਉਸੇ ਅਨੁਸਾਰੀ। ਇਹ ਨਹੀਂ ਵੀ ਜੋ ਆਪ ਪੜ੍ਹੀ ਸੁਣੀ ਜਾਵੇ ਤੇ ਮਨ ਵਿੱਚ ਆਪਣੇ ਕੁਝ ਨਾ ਹੋਵੇ, ਦੂਜਿਆਂ ਨੂੰ ਕਵੇ ਵੀ ਕ੍ਰੋਧ ਨਹੀਂ ਕਰਨਾ ਹੈ, ਆਪ ਪੂਰਾ ਹੀ ਕਰੇ ਸਾਡੇ ਵਰਗਾ। ਦੂਜਿਆਂ ਨੂੰ ਕਵੇ ਵੀ ਕੋਮਲ ਹਿਰਦਾ ਰੱਖਣਾ ਚਾਹੀਦਾ, ਆਪ ਬੜਾ ਸਖਤੀ ਵਾਲਾ ਹੋਵੇ। ਦੂਜਿਆਂ ਨੂੰ ਕਹੇ ਵੀ ਸ਼ਰਾਬ ਨਹੀਂ ਪੀਣੀ ਚਾਹੀਦੀ, ਆਪ ਪੂਰੀ ਉਹ ਪੀਂਦਾ ਹੋਏ। ਜਿਵੇਂ ਭਗਤ ਕਬੀਰ ਮਹਾਰਾਜ ਸਮੇਂ ਵੀ ਓਕਾ ਜੀ ਨੇ ਮੁਰਗੀ ਨੂੰ ਜਿਹੜਾ ਹੈ ਹਲਾਲ ਕਰ ਦਿੱਤਾ। ਭਗਤ ਜੀ ਕਹਿੰਦੇ ਆ ਵੀ ਇੱਕ ਪਾਸੇ ਕਹਿੰਦੇ ਵੀ ਅੱਲਾਹ ਪਾਕ ਸਾਰੇ ਮੌਜੂਦ ਹੈ, ਇਹ ਜਿਹੜੀ ਮੁਰਗੀ ਮਾਰੀ ਕੀ ਹੈ, ਮੁਰਗੀ ਵਿੱਚ ਅੱਲਾਹ ਨਹੀਂ ਗਾ, ਕਿ ਇਹਦੇ ਵਿੱਚ ਅੱਲਾਹ ਹੈ ਨਹੀਂ ਹੈ, ਅੱਲਾਹ ਖੁਦਾ ਤੇ ਸਾਰੇ ਥਾਂ ਹੀ ਹੈ। ਫਿਰ ਇਹ ਉਪਦੇਸ਼ ਕਿਹਨਾਂ ਨੂੰ, ਤੇ ਇਹ ਤੇ ਉਹ ਵੀ ਅਵਰ ਉਪਦੇਸੇ ਆਪ ਨਾ ਕਰੇ, ਹੋਰਨਾਂ ਨੂੰ ਉਪਦੇਸ਼ ਕਰਨਾ ਆਪ ਨਾ ਕਰਨਾ। ਇਹ ਸਤਵਾਂ ਨੇਮ ਹੈ ਵੀ ਜੋ ਆਪ ਕੋਈ ਪੜ੍ਹਨਾ ਸੁਣਨਾ ਜਿਸ ਰੀਤੀ ਨਾਲ, ਉਸੇ ਅਨੁਸਾਰ ਹੀ ਬੜੀ ਪ੍ਰੀਤੀ ਦੇ ਸਹਿਤ ਵਰਤੇ, ਉਸੇ ਤਰ੍ਹਾਂ ਹੀ ਆਪ ਵੀ ਬਚਨਾਂ ਦੇ ਪੂਰਾ ਰਹੇ। ਬਿਨਾ ਦੰਗ ਗੁਰ ਸ਼ਬਦ ਕਮਾਵਨਾ। ਬਿਨਾਂ ਪਖੰਡ ਤੋਂ ਗੁਰੂ ਦੇ ਸ਼ਬਦ ਨੂੰ ਕਮਾਉਣਾ ਕਰੇ। ਕਰਹਿ ਸਦਾ ਹੁਐ ਤਨ ਮਨ ਪਾਵਨਾ। ਆਪਣੇ ਸਰੀਰ ਨੂੰ ਤੇ ਮਨ ਨੂੰ ਪਵਿੱਤਰ ਕਰਕੇ ਗੁਰੂ ਦੇ ਸ਼ਬਦ ਦੇ ਦੁਆਰਾ ਕਮਾਈ ਕਰੇ ਸਦਾਈ। ਜਾਂ ਜਿਹੜੇ ਗੁਰੂ ਦੇ ਸ਼ਬਦ ਵਾਕਾਂ ਦੀ ਕਮਾਈ ਕਰਦੇ ਹੈ, ਉਹ ਹਮੇਸ਼ਾ ਦੇ ਨਾਲ ਹੀ ਸਰੀਰ ਕਰਕੇ ਤੇ ਮਨ ਕਰਕੇ ਪਵਿੱਤਰ ਹੋ ਜਾਂਦੇ ਹਨ। ਅਸ਼ਟਮ ਬ੍ਰਿਤ ਸ਼ਾਂਤ ਕੀ ਰਾਖੈ। ਅੱਠਵਾਂ ਨੇਮ ਹੈ ਕਿ ਜਿਹੜੀ ਮਨ ਦੀ ਬਿਰਤੀ ਹੈ ਉਹ ਸਤੋਗੁਣੀ ਰੱਖੇ, ਗਿਆਨ ਵਾਲੀ। ਲਿਵ ਚੱਲਣਾ ਮਧੁਰੀ ਮੁਖ ਭਾਖੇ। ਉਹ ਕੀ ਬਿਰਤੀ ਸ਼ਾਂਤ ਰੱਖਣੀ ਹੈ, ਸਤੋਗੁਣ ਵਾਲੀ ਕੇ ਨੀਵੇਂ ਚੱਲਣਾ ਹੈ, ਨਿਮਰਤਾ ਵਾਲੇ ਹੋ ਕੇ ਚੱਲਣਾ ਰਹਿਣਾ ਹੈ। ਮੁਖ ਤੋਂ ਮਿੱਠੇ ਬਚਨ ਆਖੇ, ਫਿੱਕਾ ਨਾ ਕਹੇ, ਨਹੀਂ ਤੇ ਫਿੱਕਾ ਬੋਲਣ ਨਾਲ ਪਾਣਾ ਲਹਿ ਸਜਾਏ, ਜੁੱਤੀਆਂ ਦੀ ਮਾਰੀ ਪੈਂਦੀ ਹੈ। ਨਵਮੋ ਨੇਮ ਪਾਠ ਜੋ ਕਰਨਾ। ਨੌਵਾਂ ਨੇਮ ਹੈ ਜਿਹੜਾ ਕੋਈ ਆਪਣਾ ਪਾਠ ਕਰਨਾ ਸੰਧਿਆ ਸਮੇਂ ਜਾਂ ਅੰਮ੍ਰਿਤ ਵੇਲੇ ਕਿਸੇ ਵੀ ਸਮੇਂ। ਤਿਹ ਮਹਿ ਅਪਰ ਨਾ ਬਚਨ ਉਚਰਨਾ। ਉਹਦੇ ਵਿੱਚ ਹੋਰ ਕੋਈ ਬਚਨ ਨਹੀਂ ਉਚਾਰਨਾ, ਕਹਿਣਾ ਹੈ। ਜਦੋਂ ਆਪਣੀਆਂ ਬਾਣੀ ਪੜ੍ਹਨੀ ਹੈ, ਨਿਤਨੇਮ ਸਵੇਰੇ ਕਰਨਾ ਜਾਂ ਸ਼ਾਮ ਵੇਲੇ ਰਹਿਰਾਸ ਸਾਹਿਬ ਪੜ੍ਹਨੀ ਹੈ, ਜਾਂ ਕੋਈ ਵੀ ਬਾਣੀ ਪੜ੍ਹਨੀ ਵਿੱਚ ਗੱਲਾਂ ਨਾ ਕਰੇ। ਦਸਵੇਂ ਹੋਮ ਅਗਨ ਜੋ ਕਰਹੀ। ਦਸਵਾਂ ਨੇਮ ਹੈ ਕਿ ਜਿਹੜਾ ਅਗਨੀ ਹੋਮ ਕਰਨਾ ਹੈ, ਉਹ ਅੱਗ ਦਾ ਜਿਹੜਾ ਦਿਵਾਲਾ ਜਿਹਾ ਬਣਾ ਕੇ, ਥੜੀ ਜਿਹੀ ਬਣਾ ਕੇ ਅਗਨੀ ਹੋਮ ਕਰਦੇ, ਵਿੱਚ ਘਿਓ ਆਦਿਕ ਹੋਰ ਸਮੱਗਰੀਆਂ ਪਾਉਂਦੇ ਆ, ਚਮਚਿਆਂ ਨਾਲ ਲੱਕੜਾਂ ਆਦਿਕ। ਸੁਰ ਪ੍ਰਸੰਨ ਹਿਤ ਮਨਸਾ ਧਰਹੀ। ਉਹ ਵੀ ਕੀ ਕਾਦੀ ਗੱਲੋਂ ਹੋਮ ਕੀਤਾ ਜਾਂਦਾ ਅਗਨੀ, ਕਿ ਜਿਹੜੇ ਦੇਵਤੇ ਹੈ
ਉਹ ਪ੍ਰਸੰਨਤਾ ਵਾਸਤੇ ਦੇਵਤਿਆਂ ਦੀ ਇੱਛਾ ਦੀ ਧਾਰਦਾ ਮਨੁੱਖ ਕਿ ਮੈਂ ਦੇਵਤਿਆਂ ਨੂੰ ਖੁਸ਼ ਕਰ ਲਵਾਂ, ਮੈਨੂੰ ਸਭ ਕੁਝ ਪ੍ਰਾਪਤ ਹੋ ਜੇ। ਸਿੱਖ ਸ਼ਦਾਤਰ ਕੇ ਮੁਖ ਪਾਵਨਾ। ਗੁਰੂ ਸਾਹਿਬ ਜੀ ਕਹਿੰਦੇ ਵੀ ਰਾਜਾ ਜਿਹੜਾ ਅਗਨੀ ਹੋਮ ਕਰਨਾ ਹੈ, ਅਸਲ ਅਗਨ ਹੋਮ ਤੇ ਆ ਹੈ, ਜਿਹੜਾ ਵੀ ਸਿੱਖ ਕੋਈ ਭੁੱਖ ਨਾਲ ਵਿਆਕਲ ਦੁਖੀ ਹੈ, ਉਹਦੇ ਮੁਖ ਵਿੱਚ ਛਕਣ ਛਕਾਉਣ ਨੂੰ ਕੋਈ ਪਦਾਰਥ ਪਾ ਦੇਣਾ। ਬ੍ਰਹਮ ਹੋਮ ਇਹ ਭਲੋ ਸੁਹਾਵਨਾ। ਇਹ ਹੈ ਸੋਹਣਾ ਜਿਹੜਾ ਚੰਗਾ ਈ ਬ੍ਰਹਮ ਹੋਮ, ਬ੍ਰਹਮ ਦੇ ਨਾਂ ਤੇ ਕੀਤਾ ਹੋਇਆ ਹੋਮ। ਹੋਮ ਦੀ ਥਾਂ ਤੇ ਪਾਠ ਭੋਜ ਵੀ ਹੈ ਕਿ ਬ੍ਰਹਮ ਦੇ ਨਾਂ ਤੇ ਕੀਤਾ ਹੋਇਆ ਭੋਜ, ਬ੍ਰਹਮ ਭੋਜ ਵੀ ਬ੍ਰਹਮ ਪਰਮੇਸ਼ਰ ਦੇ ਪਰਥਾਏ ਕੀਤਾ ਹੋਇਆ ਭੋਜਨ। ਇਹ ਹੈ ਚੰਗਾ ਸੋਹਣਾ ਭੋਜਨ ਜਿਹੜਾ ਕਿ ਕਿਸੇ ਸਿੱਖ ਦੇ ਭੁੱਖੇ ਦੇ ਮੁਖ ਵਿੱਚ ਪਦਾਰਥ ਪਾ ਦੇਣਾ। ਇਹ ਬ੍ਰਹਮ ਹੋਮ ਹੈ, ਬ੍ਰਹਮ ਭੋਜ ਹੈ, ਚੰਗਾ ਸੋਭਨੀਕ ਸੁਹਾਵਣਾ। ਵਾਹਿਗੁਰੂ ਕੋ ਕਰਹਿ ਉਚਾਰਾ। ਕਿਉਂਕਿ ਗੁਰੂ ਕਾ ਸਿੱਖ ਜਿਹੜਾ ਹੈ ਉਹ ਭੋਜਨ ਪ੍ਰਸ਼ਾਦਾ ਛਕਣ ਤੋਂ ਪਹਿਲਾਂ ਮੁਖੋਂ ਵਾਹਿਗੁਰੂ ਵਾਹਿਗੁਰੂ ਉਚਾਰਨ ਕਰਦਾ ਕਹਿੰਦਾ ਹੈ। ਤਾਂ ਪਾਛੇ ਮੁਖ ਪਾਏ ਆਹਾਰਾ। ਫਿਰ ਉਸ ਦੇ ਪਿੱਛੋਂ ਮੁਖ ਵਿੱਚ ਉਹ ਭੋਜਨ ਪਾਉਂਦਾ ਗੁਰੂ ਕਾ ਸਿੱਖ ਮਹਾਨ। ਮਦਨ ਦੇਵਤਾ ਪਾਵਕ ਕਹੀਏ। ਕਿਉਂਕਿ ਜਿਹੜੀ ਹੈ ਅੱਗ, ਉਸ ਨੂੰ ਸਾਰੇ ਦੇਵਤਿਆਂ ਦਾ ਮੁਖ ਕਿਹਾ ਗਿਆ ਹੈ। ਸਰਬ ਸਰਨ ਕੀ ਜਿਹਵਾ ਲਹੀਏ। ਸਾਰੇ ਦੇਵਤਾਂ ਦੀ ਉਹ ਜੀਵਾ ਜਾਣ ਲਈਏ ਅੱਗ ਨੂੰ, ਵੀ ਜਿਹੜੀ ਅਗਨੀ ਹੈ ਉਹ ਸਾਰੇ ਦੇਵਤਿਆਂ ਦਾ ਮੂੰਹ ਹੈ। ਜਦੋਂ ਅੱਗ ਵਿੱਚ ਪੈਂਦੀ ਹੈ ਸਮੱਗਰੀ ਮਾਨੋ ਦੇਵਤਿਆਂ ਦੇ ਮੁਖ ਵਿੱਚ ਪੈ ਰਹੀ ਹੈ। ਇਸੇ ਤਰ੍ਹਾਂ ਜਿਹੜੇ ਧਰਮ ਗ੍ਰੰਥ ਹੈ, ਧਾਰਮਿਕ ਪੁਸਤਕ ਹੈ, ਉਹਨਾਂ ਵਿੱਚ ਲਿਖਿਆ ਹੋਇਆ ਕਿ ਦੇਵਤਿਆਂ ਦਾ ਜਿਹੜਾ ਮੁਖ ਉਹ ਅੱਗ ਹੈ, ਅੱਗ ਹੀ ਦੇਵਤਿਆਂ ਦਾ ਮੁਖ ਹੈ, ਅੱਗ ਹੀ ਦੇਵਤਿਆਂ ਦੀ ਜੀਵ ਰਸਨਾ ਹੈ। ਹਮ ਪ੍ਰਸੰਨ ਸੰਗ ਸੁਰ ਸਾਰੇ। ਇਸੇ ਤਰ੍ਹਾਂ ਜਿਹੜਾ ਬ੍ਰਹਮ ਪਰਮੇਸ਼ਰ ਹੈ ਤੇ ਉਹ ਪ੍ਰਸੰਨ ਹੋ ਜਾਂਦਾ ਹੈ ਜਦੋਂ ਉਹਦੇ ਨਾਮ ਜਪਿਆ ਜਾਂਦਾ, ਉਹਦਾ ਨਾਮ ਲਿਆ ਜਾਂਦਾ ਹੈ। ਨਾਮ ਲੈ ਕੇ ਮੁਖ ਵਿੱਚ ਪਾਇਆ ਜਾਂਦਾ ਕੋਈ ਭੋਜਨ ਦਾ ਟੁਕੜਾ ਤੇ ਪਰ ਬ੍ਰਹਮ ਪਰਮੇਸ਼ਰ ਪ੍ਰਸੰਨ ਹੋ ਜਾਂਦਾ ਹੈ, ਜਿਹਦੇ ਨਾਲ ਸਾਰੇ ਦੇਵਤੇ ਵੀ ਪ੍ਰਸੰਨ ਹੋ ਜਾਂਦੇ ਹੈ। ਜਿਵੇਂ ਅਗਨੀ ਦੇ ਵਿੱਚ ਪਈਆਂ ਹੋਈਆਂ ਚੀਜ਼ਾਂ ਸਮੱਗਰੀਆਂ ਦੇ ਨਾਲ ਦੇਵਤੇ ਸਾਰੇ ਖੁਸ਼ ਹੁੰਦੇ ਹੈ, ਇਸੇ ਤਰ੍ਹਾਂ ਬ੍ਰਹਮ ਪਰਮੇਸ਼ਰ ਦੇ ਨਾਮ ਉਚਾਰਨੇ ਕਰਕੇ ਤੇ ਉਹ ਪਰਮੇਸ਼ਰ ਖੁਸ਼ ਹੋ ਜਾਂਦਾ ਹੈ। ਤੇ ਜਦੋਂ ਪਰਮੇਸ਼ਰ ਖੁਸ਼ ਹੋ ਗਿਆ ਤੇ ਸਾਰੇ ਦੇਵਤੇ ਖੁਸ਼ ਹੋ ਜਾਂਦੇ ਐ। ਤ੍ਰਿਪਤ ਹੋਤ ਹਰ ਨਾਮ ਉਚਾਰੇ। ਜਦੋਂ ਉਹ ਗੁਰੂ ਕਾ ਸਿੱਖ ਮਹਾਨ ਭਗਤ ਜਨ ਹਰ ਹਰ ਨਾਮ ਵਾਹਿਗੁਰੂ ਵਾਹਿਗੁਰੂ ਨਾਮ ਉਚਾਰਦਾ ਮੁਖ ਤੋਂ, ਤੇ ਉਹ ਮੁਖ ਵਿੱਚ ਪਾਉਂਦਾ ਭੋਜਨ, ਤੇ ਜਿਹਦੇ ਕਰਕੇ ਉਹ ਮੁਖ ਵਿੱਚ ਪਾਉਣੇ ਕਰਕੇ ਪਰਮੇਸ਼ਰ ਨੂੰ ਪਹੁੰਚਦਾ। ਪਰਮੇਸ਼ਰ ਤ੍ਰਿਪਤ ਹੁੰਦਾ ਹੈ ਕਿ ਮੇਰਾ ਨਾਮ ਲਿਆ ਹੈ। ਤੇ ਜਦੋਂ ਪਰਮੇਸ਼ਰ ਹੀ ਪ੍ਰਸੰਨ ਹੋ ਗਿਆ ਤੇ ਪਰਮੇਸ਼ਰ ਵਿੱਚੋਂ ਪੈਦਾ ਹੋਏ ਦੇਵਤੇ, ਫਿਰ ਦੇਵਤੇ ਆਪੇ ਖੁਸ਼। ਜਿਵੇਂ ਰੁੱਖ ਨੂੰ ਮੁੱਢ 'ਚ ਪਾਣੀ ਪਾ ਦਈਏ ਤੇ ਉਹਦੀਆਂ ਟਾਹਣੀਆਂ ਨੂੰ ਵੀ ਅਸਰ, ਫੁੱਲਾਂ ਨੂੰ ਅਸਰ, ਪੱਤਿਆਂ ਨੂੰ, ਫਲਾਂ ਨੂੰ, ਸਭ ਨੂੰ ਅਸਰ ਹੋ ਜਾਂਦਾ ਹੈ। ਤੇ ਉਹ ਰੁੱਖ ਦੇ ਮੁੱਢ 'ਚ ਹੀ ਪਾਣੀ ਪੈਂਦਾ ਤੇ ਉਹ ਉੱਪਰ ਹਰਿਆਲੀ ਆ ਜਾਂਦੀ ਹੈ। ਉਹਦੇ ਜਿਹੜਾ ਹੈ ਸਾਰੀਆਂ ਟਾਹਣੀਆਂ ਦੇ ਵਿੱਚ ਹਰਿਆਲੀ ਆ ਜਾਂਦੀ ਹੈ। ਇਵੇਂ ਜਿਹੜਾ ਪਰਮੇਸ਼ਰ ਮੁੱਢ ਰੂਪ ਹੈ, ਆਦਿ ਆਪ ਅਨਾਦਿ ਹੈ ਪਰ ਸਭ ਦਾ ਆਦਿ ਹੈ। ਤੇ ਜਦੋਂ ਆਦਿ ਨੂੰ ਹੀ ਸਭ ਕੁਝ ਪ੍ਰਾਪਤ ਹੋ ਗਿਆ, ਆਦਿ ਦਾ ਹੀ ਨਾਮ ਲੈ ਲਿਆ ਤੇ ਆਪੇ ਸਾਰੇ ਦੇਵਤਿਆਂ ਦਾ ਨਾਮ ਲੈ ਲਿਆ। ਮੁੱਢ ਦਾ ਹੀ ਜਦੋਂ ਮੁੱਢ ਨੂੰ ਹੀ ਪਾਣੀ ਮਿਲ ਗਿਆ ਤੇ ਟਾਹਣੀਆਂ ਨੂੰ ਤੇ ਆਪੇ ਮਿਲ ਜਾਂਦਾ ਹੈ। ਇਸੇ ਤਰ੍ਹਾਂ ਜਿਹੜੇ ਪਰਮੇਸ਼ਰ ਜਦੋਂ ਉਸ ਨੂੰ ਹੀ ਖੁਸ਼ ਕਰ ਲਿਆ ਹਰੀ ਦਾ ਨਾਮ ਉਚਾਰਨ ਕਰਕੇ, ਉਹ ਪਰਮੇਸ਼ਰ ਨੂੰ ਭੋਜਨ ਪ੍ਰਸ਼ਾਦਾ ਪਹੁੰਚ ਜਾਂਦਾ ਹੈ ਤੇ ਉਹਦੇ ਨਾਲ ਪਰਮਾਤਮਾ ਪਰਮੇਸ਼ਰ ਰੱਜ ਜਾਂਦਾ ਹੈ, ਜਿਹਦੇ ਕਰਕੇ ਸਾਰੇ ਦੇਵਤੇ ਵੀ ਤ੍ਰਿਪਤ ਹੋ ਜਾਂਦੇ ਆ। ਜਿਵੇਂ ਹਾਥੀ ਦੀ ਪੈੜ ਵਿੱਚ ਸਾਰੀਆਂ ਪੈੜਾਂ ਆ ਜਾਂਦੀਆਂ ਹੈ ਛੋਟੇ ਵੱਡੇ ਜੀਵਾਂ ਦੀਆਂ। ਦੋਹਰਾ ਤ੍ਰਿਤੀ ਹੋਮ ਹੈ ਗਿਆਨ ਕਾ। ਤੀਸਰਾ ਹੋਮ ਹੈ ਰਾਜਾ ਗਿਆਨ ਦਾ। ਰਸ ਰਖੀਕ ਕੋ ਦਰਬ। ਜਿਹੜੀ ਇੰਦਰੀਆਂ ਦੇ
ਰਸਾਂ ਦੇ ਦਰਬ ਵੇਗ ਹਨ, ਜਾਂ ਇੰਦਰੀਆਂ ਦੇ ਰਸਾਂ ਦੇ ਜਿਹੜੇ ਪਦਾਰਥ ਹੈ। ਜਿਵੇਂ ਇੰਦਰੀਆਂ ਦੇ ਰਸਾਂ ਦੇ ਨੇਤਰਾਂ ਨਾਲ ਜਿਹੜਾ ਕਿਸੇ ਚੀਜ਼ ਨੂੰ ਦੇਖਣਾ ਹੈ, ਮਨ ਦੀ ਬਿਰਤੀ ਨੇਤਰ ਵੱਲ ਥਾਣੀ ਨਿਕਲ ਕੇ ਤੋ ਕਿਸੇ ਚੀਜ਼ ਦੀ ਵਸਤੂ ਨੂੰ ਗ੍ਰਹਿਣ ਕਰਦੀ, ਉਹ ਵੇਗ ਹੁੰਦਾ ਹੈ। ਜਾਂ ਕੋਈ ਪਦਾਰਥ ਸਾਹਮਣੇ ਪਿਆ ਰੂਪ ਨੂੰ ਦੇਖਦੀਆਂ ਅੱਖਾਂ, ਉਹ ਰਸ ਹੈ ਨਾ, ਇਹ ਅੱਖਾਂ ਦਾ ਰਸ ਹੈ ਜਿਹੜਾ ਰੂਪ ਨੂੰ ਦੇਖਣਾ। ਕੰਨਾਂ ਦਾ ਰਸ ਹੈ ਜਿਹੜਾ ਸ਼ਬਦ ਨੂੰ ਸੁਣਨਾ ਹੈ, ਇਹ ਕੰਨ ਦਾ ਰਸ ਹੈ। ਜਿਹੜੀ ਰਸਨਾ ਦਾ ਰਸ ਕੋਈ ਛਕਣਾ ਤੇ ਉਹਦਾ ਰਸ ਲੈਣਾ ਪਦਾਰਥਾਂ ਦਾ। ਇਹ ਜਿਹੜੇ ਇੰਦਰੀਆਂ ਦੇ ਰਸਾਂ ਦੇ ਜਿਹੜੇ ਵੇਗ ਹਨ, ਪਦਾਰਥ ਹਨ। ਗਿਆਨ ਅਗਨ ਮੈਂ ਹੋਮ ਹੀ, ਜਿਹੜਾ ਗਿਆਨ ਅਗਨੀ ਦਾ ਹੋਮ ਹੈ। ਤਨ ਹੰਤਾਦਿਕ ਸਰਬ, ਉਹ ਕੀ ਹੈ ਵੀ ਤਨ ਦੀ ਹੰਗਤਾ ਜਿਹੜੀ ਹੈ, ਹੰਗਤਾ ਮਮਤਾ ਪਦਾਰਥਾਂ ਦੀ ਸਾਰੇ ਅਗਨੀ ਹੋਮ ਵਿੱਚ ਅਰਪਣ ਕਰਨਾ, ਸਭ ਕੁਝ ਉਹਦੇ ਵਿੱਚ ਪਾ ਦੇਣਾ। ਜੋ ਪਈ 10 ਪ੍ਰਕਾਰ ਇਹ ਨੇਮ ਗਿਨਾਵਾ, 10 ਪ੍ਰਕਾਰ ਦਾ ਇਹ ਰਾਜਾ ਸ਼ਿਵਨਾਵ ਤੈਨੂੰ ਨੇਮ ਗਿਣਾਇਆ ਹੈ। ਜੋ ਹਠ ਯੋਗ ਦਾ ਦੂਸਰਾ ਅੰਗ ਹੈ ਨੇਮ, ਅੱਗੋਂ 10 ਪ੍ਰਕਾਰ ਦਾ ਤੈਨੂੰ ਖੋਲ ਕੇ ਸੁਣਾਇਆ ਹੈ। ਕਸ਼ਟ ਯੋਗ ਦੁਤ ਅੰਗ ਸੁਹਾਵਾ, ਕਸ਼ਟ ਯੋਗ ਜਾਂ ਹਠ ਯੋਗ ਦਾ ਦੂਸਰਾ ਅੰਗ ਹੈ ਸੋਭਨੀਕ। ਇਹ ਨੇਮ ਯਮ ਦੇ ਨੇਮ ਦੋਵੇਂ ਅੰਗ ਸੋਭਨੀਕ ਹਨ, ਬੜੇ ਮਹਾਨ। ਅੰਗ ਤੀਸਰੇ ਦੇਸ਼ ਇਕੰਤੇ, ਤੀਸਰਾ ਹਠ ਯੋਗ ਦਾ ਅੰਗ ਹੈ ਵੀ ਇਕਾਂਤ ਦੇਸ਼, ਇਕਾਂਤ ਸਥਾਨ। ਨਰ ਬਚ ਸੁਣੀਏ ਨਾ ਤਹਾਂ ਬਸੰਤੇ, ਉੱਥੇ ਜਾ ਕੇ ਇਕਾਂਤ ਥਾਂ ਤੇ ਵਸਣਾ ਹੈ ਜਿੱਥੇ ਕਿਸੇ ਮਨੁੱਖ ਦਾ ਬਚਨ ਕੰਨੀ ਨਾ ਸੁਣੇ, ਆਵਾਜ਼ ਸੁਣਾਈ ਨਾ ਦਵੇ। ਚੌਥੇ ਅੰਗ ਯੋਗ ਕਾ ਆਸਨਾ, ਚੌਥਾ ਹਠ ਯੋਗ ਦਾ ਅੰਗ ਹੈ ਉਹ ਹੈ ਆਸਣ, ਚੌਂਕੜਾ ਮਾਰ ਕੇ ਬੈਠਣਾ। ਕਈ ਤਰ੍ਹਾਂ ਦੇ ਜਿਹੜੇ ਆਸਣ ਹਨ, ਕਈ ਤਰ੍ਹਾਂ ਨਾਲ ਬੈਠਣਾ। ਵੇਦ ਜੁਗੀਸ਼ਰ ਕਰਹਿ ਭਾਸ਼ਨਾ, ਉਸ ਆਸਣਾ ਦੇ ਬਾਰੇ ਜਿਹੜੇ ਧਾਰਮਿਕ ਗ੍ਰੰਥ ਹੈ ਉਹ ਵੀ ਭਾਸ਼ਣ ਕਹੀਏ ਕਥਨ ਕਰਦੇ ਹੈ। ਜੋਗ ਈਸ਼ਰ ਜੋਗੀਆਂ ਦੇ ਵੱਡੇ ਈਸ਼ਰ, ਯੋਗ ਸਾਧਨਾ ਕਰਨ ਵਾਲੇ, ਉਹ ਵੀ ਭਾਸ਼ਣ ਕਹੀਏ ਕਥਨ ਕਰਦੇ ਹਨ। ਜੇਤੇ ਜੀਵ ਜਗਤ ਮਹਿ ਜਾਨਹਾ, ਉਹ ਕਹਿੰਦੇ ਹੈ ਵੇਦ ਧਰਮ ਗ੍ਰੰਥ ਵੀ ਤੇ ਜੋਗੀਆਂ ਦੇ ਵੱਡੇ ਈਸ਼ਰ ਵੀ ਜਿੰਨੇ ਜੀਵ ਜਗਤ ਵਿੱਚ ਤੁਸੀਂ ਜਾਣਦੇ ਹੋ 84 ਲੱਖ ਜੂਨ ਹਨ। ਆਸਨ ਤੇਤੇ ਹੀ ਪਰਮਾਨਹਾ, ਉਹ ਉਤਨੇ ਹੀ ਜਿਹੜੇ ਆਸਣ ਹੈ ਭਾਲੀ ਪ੍ਰਕਾਰ ਹੀ ਜਾਣ ਲਓ, ਮੰਨ ਲਓ ਵੀ 84 ਲੱਖ ਹੀ ਜੀਵ ਹੈ। 84 ਲੱਖ ਜੀਵ ਹੀ ਹੁਣ ਬੈਠਦੇ ਤੇ ਹੈ ਹੀ ਹੈ, ਭਾਵੇਂ ਛੋਟੇ ਹੈ ਵੱਡੇ ਹੈ, ਬੈਠਣਾ ਤੇ ਸਭ ਨੇ ਹੀ ਹੈ। 84 ਲੱਖ ਹੀ ਆਸਣ ਮੰਨ ਲਓ। ਫਿਰ ਉਹਨਾਂ ਵਿੱਚੋਂ ਹੀ ਅੱਗੇ ਜਿਹੜੇ ਹੈ ਮੁੱਖ ਆਸਣ ਹੈ 84 ਯੋਗ ਦਰਸ਼ਨ ਵਿੱਚ ਦੱਸਿਆ ਹੋਇਆ ਹੈ, ਜਿਹੜੇ ਸੁਖਾਲੇ ਢੰਗ ਨਾਲ ਬੈਠਣ ਵਾਲੇ। ਕਿਉਂਕਿ ਹੁਣ ਅਸੀਂ ਮਨੁੱਖ ਕਿੰਨੀ ਤਰ੍ਹਾਂ ਬੈਠ ਜਾਂਦਾ, ਕਦੀ ਪੈਰਾਂ ਭਾਰ, ਕਦੀ ਗੋਡਿਆਂ ਭਾਰ, ਕਦੀ ਕਿਸੇ ਤਰ੍ਹਾਂ ਕਦੀ ਕਿਸੇ ਤਰ੍ਹਾਂ। ਅਸਲ ਆਸਣ ਹੈ ਬਸ ਚੌਂਕੜਾ ਮਾਰ ਕੇ ਬੈਠਣਾ, ਪਦਮ ਆਸਣ ਜਾਂ ਸਿੱਧ ਆਸਣ, 2 ਆਸਣ ਹੈ। ਹੋਰ ਵੀ ਵਿੱਚੋਂ ਆਸਣ ਤਰ੍ਹਾਂ ਦੇ ਕਿੰਨੇ ਤਰੀਕੇ ਨਾਲ ਮਨੁੱਖ ਬੈਠ ਜਾਂਦਾ ਹੈ। ਪਸ਼ੂ ਬੈਠ ਜਾਂਦਾ, ਕਦੀ ਲੱਤਾਂ ਗਾਂਹ ਕਰਕੇ, ਕਦੀ ਇੱਕ ਪਾਸੇ ਕਰਕੇ। ਜਾਨਵਰ ਵੀ, ਪੰਛੀ ਵੀ ਬੈਠ ਜਾਂਦੇ ਕਈ ਤਰ੍ਹਾਂ ਨਾਲ। ਉਹਨਾਂ ਇਹ ਆਸਣ ਇੱਕ ਜੀਵ ਦੇ ਬਹੁਤ ਆਸਣ ਹੈ। ਉਹਨਾਂ ਵਿੱਚ ਇੱਕ ਆਸਣ ਲੈ ਕੇ ਹੀ 84 ਲੱਖ ਆਸਣ ਹੋ ਗਿਆ ਮੁੱਖ। ਉਹਨਾਂ ਵਿੱਚ ਜਿਹੜੇ ਸੁਖਾਲੇ ਢੰਗ ਨਾਲ ਬੈਠਣ ਵਾਲੇ ਅੱਗੇ 84 ਆਸਣ ਹੈ ਬੈਠਣ ਦੇ ਤਰੀਕੇ। ਫਿਰ ਅੱਗੇ ਆ ਜਾਂਦਾ ਹੈ 16 ਮੁੱਖ ਆਸਣ, ਤੇ 16 ਵਿੱਚੋਂ 4 ਮੁੱਖ ਆਸਣ, 4 ਵਿੱਚੋਂ 2 ਮੁੱਖ ਆਸਣ। ਇਹਨਾਂ ਆਸਣਾਂ ਦੇ ਬਾਰੇ ਉਹ ਜਿਹੜੇ ਗ੍ਰੰਥ ਹੈ ਉਹਨਾਂ ਵਿੱਚ ਲਿਖਿਆ ਹੋਇਆ ਖੋਲ੍ਹ ਕੇ। ਇਸੇ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਵਿੱਚ ਜਿੱਥੇ 10ਵੇਂ ਪਾਤਸ਼ਾਹ ਦੀ ਕਥਾ ਹੁੰਦੀ ਹੈ, ਉੱਥੇ ਜਦੋਂ ਵਿਦਾਂਤ ਵਿਚਾਰ, ਬ੍ਰਹਮ ਵਿਚਾਰ ਆਦਿਕ ਆਤਮ ਨਿਰਣੇ ਆਉਂਦੇ ਆ 5ਵੀਂ ਰੁੱਤ ਵਿੱਚ, ਉੱਥੇ ਖੋਲ੍ਹ ਕੇ ਯੋਗ ਦਰਸ਼ਨ ਦਾ ਲਿਖਿਆ ਹੋਇਆ ਸਭ ਤਰ੍ਹਾਂ ਨਾਲ
ਕਿਵੇਂ ਆਸਣ ਲਾਉਣੇ ਆ, ਕਿਵੇਂ ਕਿਹੜਾ ਆਸਣ ਦਾ ਨਾਮ ਹੈ ਉਹ ਦੱਸਿਆ ਹੋਇਆ ਭਾਈ ਦਇਆ ਸਿੰਘ ਰਸਨਾ ਰਾਹੀਂ। ਕਵੀ ਸਾਹਿਬ ਜੀ ਉੱਥੇ ਚੰਗੀ ਤਰ੍ਹਾਂ ਖੁਲਾਸਾ ਕਰ ਦੇਣਗੇ। ਤਿੰਨ ਤੇ ਯੁਗਮ ਸ਼੍ਰੋਮਣ ਬੀਨੇ। ਉਹਨਾਂ 84 ਲੱਖ ਆਸਣਾਂ ਵਿੱਚੋਂ 84 ਤੋਂ 16 ਤੋਂ ਜਿਹੜੇ 4 ਤੋਂ ਜਿਹੜੇ ਹੈ 2 ਆਸਣ ਉਹ ਚੁਣੇ ਗਏ ਹੈ। ਮਹਾਪੁਰਖ ਹਿਤ ਕਰ ਸੌ ਲੀਨੇ। ਤਿੰਨਾਂ ਆਸਣਾਂ ਵਿੱਚ 2 ਆਸਣ ਸ਼੍ਰੋਮਣੀ ਚੁਣੇ ਗਏ ਹੈ। ਮਹਾਂਪੁਰਸ਼ਾਂ ਨੇ, ਯੋਗਾ ਅਭਿਆਸੀਆਂ ਨੇ, ਕਮਾਈ ਵਾਲੀਆਂ ਰੂਹਾਂ ਨੇ ਬੜਾ ਪ੍ਰੇਮ ਕਰਕੇ ਹਿਤ ਨਾਲ ਉਹ ਗ੍ਰਹਿਣ ਕਰ ਲਏ 2 ਆਸਣ। ਸਿੱਧ ਆਸਨ ਪਦਮ ਆਸਨ 2। ਇੱਕ ਤੇ ਹੈ ਸਿੱਧ ਆਸਣ, ਦੂਸਰਾ ਹੈ ਪਦਮ ਆਸਣ। ਤਿਨ ਹੈ ਜੇ ਲੱਛਣ ਸੁਨੀਏ ਸੋ। ਉਹਨਾਂ 2 ਆਸਣਾਂ ਦੇ ਜਿਹੜੇ ਲੱਛਣ ਚਿੰਨ੍ਹ ਹੈ ਵੀ ਕਿਵੇਂ ਲਾਉਣਾ ਹੈ ਉਹ ਵੀ ਸੁਣੀਏ। ਛੇਤ ਕੱਛ ਖੋਦ ਮ੍ਰਿਦਲ ਤ੍ਰਿਣ ਪਾਏ। ਪਹਿਲਾਂ ਸਿੱਧ ਆਸਣ ਦਾ ਦੱਸ ਰਹੇ ਹੈ ਗੁਰੂ ਸਾਹਿਬ ਜੀ ਵੀ ਜਿਹੜੀ ਰਾਜਾ ਧਰਤੀ ਹੈ ਕੁਝ ਕੁ ਖੋਦ ਕੇ ਯਾਨੀ ਇੱਕ ਹੱਥ ਪੁੱਟ ਕੇ ਉੱਪਰ ਜਿਹੜਾ ਕੂਲਾ ਨਰਮ ਘਾਹ ਦੇ ਕੱਖ ਹੈ ਉਹ ਪਾ ਕੇ ਭਰ ਦੇਣਾ ਹੈ। ਉਹ ਟੋਇਆ ਇੱਕ ਹੱਥ ਦਾ ਪੁੱਟਿਆ ਹੋਇਆ ਬਰਾਬਰ ਕਰ ਦੇਣਾ ਘਾਹ ਪਾ ਕੇ। ਬੈਸਹਿ ਪੁਨ ਪਟ ਬਿਮਲ ਬਿਛਾਏ। ਫਿਰ ਉਜਲ ਚਿੱਟਾ ਜਿਹੜਾ ਕੱਪੜਾ ਵਿਛਾ ਕੇ ਫਿਰ ਉਹਦੇ ਉੱਪਰ ਬੈਠ ਜਾਣਾ ਹੈ। ਉਹ ਘਾਹ ਜਿਹੜਾ ਚੰਗੀ ਤਰ੍ਹਾਂ ਭਰ ਦੇਣਾ ਟੋਏ ਦੇ ਵਿੱਚ, ਚਿੱਟਾ ਕੱਪੜਾ ਵਿਛਾ ਕੇ ਫਿਰ ਬੈਠਣਾ ਹੈ। ਵੈ ਪਾਵਨ ਨਹਿ ਅੰਗ ਡੁਲਾਏ। ਬੈਠਣ ਤੋਂ ਪਹਿਲਾਂ ਚੰਗੀ ਤਰ੍ਹਾਂ ਪਵਿੱਤਰਤਾ ਇਸ ਸਰੀਰ ਦੀ ਕਰਕੇ ਤੇ ਬੈਠ ਜਾਣਾ ਤੇ ਅੰਗ ਨਹੀਂ ਡਲਾਉਣਾ ਹੈ। ਇੱਕ ਰਸ ਹੋ ਕੇ ਬੈਠਣਾ ਹੈ। ਇਹ ਨਹੀਂ ਕਿ ਜਿਵੇਂ ਆਪਾਂ ਬੈਠਦੇ ਪਾਸੇ ਮਾਰ ਕੇ ਤੇ ਘਾਹ ਕੱਢਿਆ ਹੋਵੇ ਉੱਥੋਂ ਵੀ ਘਾਹ ਦਾ ਖਲਾਰਾ ਪਾਇਆ ਹੋਵੇ। ਇੱਕ ਰਸ ਬਿਨਾਂ ਅੰਗ ਡਲਾਇਆਂ ਤੋਂ ਅਡੋਲ ਹੋ ਕੇ ਬੈਠਣਾ ਹੈ। ਬਾਮ ਪੈਰ ਸੋ ਗੁਦਾ ਦਬਾਏ। ਤੇ ਜਿਹੜਾ ਖੱਬਾ ਪੈਰ ਹੈ ਉਹਦੇ ਨਾਲ ਜਿਹੜਾ ਗੁਦਾ ਵਾਲਾ ਸਥਾਨ ਹੈ, ਜਿੱਥੋਂ ਆਪਾਂ ਮਲ ਤਿਆਗ ਦੀ ਕਿਰਿਆ ਕਰਦੇ ਹਾਂ, ਉਹ ਗੁਦਾ ਵਾਲੇ ਸਥਾਨ ਤੇ ਪੈਰ ਦਾ ਅੰਗੂਠਾ ਜੇ ਨਾਲ ਦਬਾਉਣਾ ਹੈ। ਦੋਹਰਾ ਇੰਦਰੀ ਪਰ ਦਹਨ ਧਰੈ। ਸੱਜਾ ਜਿਹੜਾ ਪੈਰ ਹੈ ਉਹ ਇੰਦਰੀ ਉਪਸਥ ਵਾਲਾ ਸਥਾਨ, ਜਿਹਦੀ ਆਪਾਂ ਮੂਤਰ ਆਦਿਕ ਦੀ ਕਿਰਿਆ ਕਰਦੇ ਹਾਂ, ਉਹ ਉੱਪਰ ਰੱਖਣਾ ਸੱਜਾ ਪੈਰ ਉਹਦੇ ਉੱਪਰ। ਅਗਰ ਨਾਸਕਾ ਧਿਆਨ ਜਿਹੜਾ ਬਿਲਕੁਲ ਸਾਹਮਣੇ ਨੱਕ ਦੇ ਰੱਖਣਾ ਹੈ, ਨੱਕ ਦੀ ਚੋਟੀ ਦੇ ਸਰਾਖਾਂ ਦੇ ਉੱਪਰ, ਭਰਵੱਟਿਆਂ ਦੇ ਵਿਚਕਾਰ ਸਮਝ ਲਓ ਤੇ ਜਾਂ ਨੱਕ ਦੀ ਚੋਟੀ ਤੇ ਧਿਆਨ ਰੱਖਣਾ ਹੈ। ਜਿਹੜਾ ਖੱਬਾ ਪੈਰ ਹੈ ਉਹਨੂੰ ਗੁਦਾ ਵਾਲੇ ਸਥਾਨ ਤੇ ਦੇਣਾ ਹੈ, ਉੱਥੇ ਟਿਕਾਉਣਾ ਹੈ। ਜਿਹੜਾ ਸੱਜਾ ਪੈਰ ਹੈ ਉਹਨੂੰ ਇੰਦਰੀ ਵਾਲੇ ਸਥਾਨ ਦੇ ਉੱਪਰ ਟਿਕਾਉਣਾ ਹੈ। ਸਿੱਧ ਆਸਨ ਇਹ ਕੋ ਭਨੈ। ਸਿੱਧ ਆਸਣ ਇਸ ਨੂੰ ਗ੍ਰੰਥ ਕਹਿੰਦੇ ਹੈ। ਯੋਗੀ ਕਰਤ ਸਜਾਨ। ਸਿਆਣੇ ਯੋਗੀ ਸਿੱਧ ਆਸਣ ਨੂੰ ਕਰਦੇ ਹੈ ਜਾਂ ਕਥਨ ਕਰਦੇ ਹਨ ਵੀ ਇਸ ਤਰ੍ਹਾਂ ਦਾ ਸਿੱਧ ਆਸਣ ਹੁੰਦਾ ਹੈ। ਚੌਪਈ ਦਾਈ ਪਗ ਪਰ ਧਰ ਕਰ ਬਾਵਾ। ਫਿਰ ਹੁਣ ਪਦਮ ਆਸਣ ਦਾ ਦੱਸ ਰਹੇ ਹੈ। ਦਾਏਂ ਪਗ ਪਰ ਸੱਜੇ ਪੈਰ ਦੇ ਭਾਵ ਸੱਜੇ ਪੱਟ ਦੇ ਉੱਪਰ ਖੱਬਾ ਪੈਰ ਰੱਖ ਕੇ ਬਾਵੇਂ ਪਰ ਕਰ ਦਹਨ ਟਿਕਾਵਾ। ਤੇ ਖੱਬੇ ਪੈਰ ਉੱਪਰ ਖੱਬੇ ਪੱਟ ਉੱਪਰ ਸੱਜਾ ਜਿਹੜਾ ਹੈ ਉਹ ਪੈਰ ਟਿਕਾਉਣਾ ਹੈ। ਜਿਹੜਾ ਵੀ ਕਿ ਖੱਬਾ ਪੈਰ ਹੈ ਉਹਨੂੰ ਰੱਖਣਾ ਹੈ ਸੱਜੇ ਪੱਟ ਤੇ, ਸੱਜਾ ਜਿਹੜਾ ਪੈਰ ਹੈ ਉਹਨੂੰ ਰੱਖਣਾ ਖੱਬੇ ਪੱਟ ਤੇ ਟਿਕਾਉਣਾ ਹੈ। ਦੋਨੋਂ ਭੁਜਾ ਕੰਡ ਕਰ ਪਾਛੇ। ਦੋਵੇਂ ਜਿਹੜੀਆਂ ਭੁਜਾਵਾਂ ਬਾਹਾਂ ਹੈ ਉਹਨਾਂ ਨੂੰ ਕੰਧਿਆਂ ਦੇ ਪਿੱਛੇ ਕਰ ਲੈਣਾ ਹੈ, ਪਿੱਠ ਪਿੱਛੇ ਕਰ ਲੈਣਾ ਹੈ। ਕਹੇ ਅੰਗੂਠੇ ਪੱਗ ਡਿੱਡ ਆਸ਼ੇ। ਜਿਹੜੇ ਪੈਰ ਦੇ ਅੰਗੂਠੇ ਆ ਫਿਰ ਚੰਗੀ ਤਰ੍ਹਾਂ ਹੀ ਫੜ ਲੈਣੇ ਪੱਕੀ ਤਰ੍ਹਾਂ ਨਾਲ, ਚੰਗੀ ਤਰ੍ਹਾਂ ਨਾਲ ਪੱਕੇ ਕਰਕੇ। ਉਹ ਕਿਵੇਂ ਵੀ ਜਦੋਂ ਕੰਧਿਆਂ ਪਿੱਛੋਂ ਆਪਾਂ ਬਾਹਾਂ ਕੱਢਣੀਆਂ ਹੈ ਤੇ ਜਿਹੜਾ ਸੱਜਾ ਪੈਰ ਹੈ ਉਹਨੂੰ ਉਹ ਸੱਜਾ ਫੜਨਾ, ਉਹਦੇ ਨਾਲ ਸੱਜਾ ਅੰਗੂਠਾ ਫੜਨਾ ਹੈ
ਤੇ ਸੱਜੇ ਨਾਲ ਸੱਜਾ ਫੜਨਾ ਹੈ, ਖੱਬੇ ਹੱਥ ਨਾਲ ਖੱਬਾ ਅੰਗੂਠਾ ਫੜਨਾ ਹੈ। ਊ ਕੋ ਕਿਦੋਂ ਨਾਸਕਾ ਧਿਆਨਾ। ਰੀੜ੍ਹ ਦੀ ਹੱਡੀ ਬਿਲਕੁਲ ਸਿੱਧੀ ਰੱਖਣੀ ਹੈ ਤੇ ਧਰਤੀ ਦਾ ਜਿਹੜਾ ਧਿਆਨ ਰੱਖਣਾ, ਜਿੰਨੇ ਥਾਂ ਤੇ ਆਪਾਂ ਬੈਠੇ ਉਨੇ ਕੁ ਥਾਂ 'ਚ ਦੇਖਣਾ, ਧਰਤੀ ਨੂੰ ਧਿਆਨ ਧਰਨਾ ਐਸਾ। ਜਾਂ ਫਿਰ ਜਿਹੜਾ ਨੱਕ ਦੀ ਸੇਧ ਤੇ ਧਿਆਨ ਰੱਖਣਾ, ਨੱਕ ਦੀ ਚੋਟੀ ਤੇ। ਕਰ ਬੈਸੇ ਪਦਮਾਸਨ ਜਾਨਾ। ਇਸ ਤਰ੍ਹਾਂ ਦਾ ਆਸਨ ਲਾ ਕੇ ਬੈਠਣਾ ਕਰੇ, ਬੈਠੇ ਇਸ ਨੂੰ ਪਦਮ ਆਸਨ ਜਾਣਿਆ ਜਾਂਦਾ ਹੈ। ਅੰਗ ਪੰਚਮਾ ਪ੍ਰਾਣਾਯਾਮ। ਪੰਜਵਾਂ ਅੰਗ ਹੈ ਹਠ ਯੋਗ ਦਾ ਪ੍ਰਾਣਾਯਾਮ। ਪੂਰਕ ਕੁੰਭਕ ਰੇਚਕ ਨਾਮ। ਅੱਗੇ ਪ੍ਰਾਣਾਯਾਮ ਦੇ 3 ਨਾਮ ਹੋ ਜਾਂਦੇ ਹੈ ਰਾਜਨ ਸ਼ਿਵਨਾਭ। ਪਹਿਲਾ ਹੈ ਪੂਰਕ ਪ੍ਰਾਣਾਯਾਮ, ਦੂਸਰਾ ਕੁੰਭਕ ਪ੍ਰਾਣਾਯਾਮ, ਤੀਸਰਾ ਰੇਚਕ ਪ੍ਰਾਣਾਯਾਮ। ਬਾਹਰ ਤੇ ਮਨ ਸੁਰਤ ਟਿਕਾਵੇ। ਪਹਿਲਾਂ ਹੁਣ ਪੂਰਕ ਦਾ ਦੱਸ ਰਹੇ ਆ ਵੀ ਮਨ ਦੀ ਜਿਹੜੀ ਸੁਰਤੀ ਬਿਰਤੀ ਹੈ ਉਹ ਬਾਹਰ ਦੇ ਪਦਾਰਥਾਂ ਤੋਂ ਟਿਕਾਵੇ, ਸੰਸਾਰ ਦੇ ਵੱਲੀ ਨਾ ਜਾਣ ਦੇਵੇ, ਅੰਤਰਮੁਖ ਬਿਰਤੀ ਰੱਖੇ। ਦਹਨੇ ਸੁਰ ਤੇ ਪ੍ਰਾਨ ਚੜਾਵੇ। ਸੱਜੀ ਜਿਹੜੀ ਸੁਰ ਹੈ, ਨੱਕ ਦੀ ਆ ਸੁਰਾਖ ਜਾਂ ਮੋਹਰੀਆਂ ਸਮਝ ਲਓ, ਜਿਹੜਾ ਸੁਖਾਲੇ ਢੰਗ ਨਾਲ ਸੱਜੀ ਜਿਹੜੀ ਨੱਕ ਦੀ ਸੁਰ ਹੈ, ਇਹ ਤੋਂ ਪ੍ਰਾਣ ਸਵਾਸ ਚੜਾਵੇ ਦਸਮ ਦਵਾਰ ਨੂੰ। ਖੈਚਤ ਦਵਾਦਸ਼ ਮਾਤਰ ਹੈ ਜੋਏ। ਜਦੋਂ ਸੱਜੀ ਸੁਰ ਦੇ ਰਾਹੀਂ ਪ੍ਰਾਣ ਚੜਾਉਣੇ ਆ, ਦਸਮ ਦਵਾਰ ਨੂੰ ਖਿੱਚਣੇ ਆ, ਜਿਹੜੇ ਦਵਾਦਸ਼ ਮਾਤਰ ਹੈ, 12 ਮਾਤਰਾ ਜੋ ਹੈ, ਭਾਵ 12 ਵਾਰੀ ਜੋ ਓੰਕਾਰ ਜਪੈ ਤਬ ਸੋਏ। ਓੰਕਾਰ ਜਿਹੜਾ ਹੈ ਜਾਪ ਉਦੋਂ ਕਰਨਾ ਹੈ 12 ਵਾਰੀ ਓੰਕਾਰ ਓੰਕਾਰ। ਜਿਤੇ ਪ੍ਰਾਣ ਅੰਤਰ ਠਹਿਰਾਵੇ। ਜਿਤਨੇ ਪ੍ਰਾਣ ਸਮੇਂ ਵਿੱਚ ਅੰਦਰ ਠਹਿਰਾਉਣੇ ਆ ਉੱਥੇ ਕੁੰਭਕ ਤੇ ਤੋ ਨਾਮ ਕਹਾਵੇ। ਜਿਹੜਾ 12 ਵਾਰੀ ਪ੍ਰਾਣ ਸੱਜੀ ਸੁਰ ਰਾਹੀਂ ਚੜਾਉਣੇ ਉਹਨੂੰ ਪੂਰਕ ਕਿਹਾ ਜਾਂਦਾ ਹੈ। ਤੇ ਜਿਤਨੇ ਪ੍ਰਾਣ ਅੰਤਰ ਠਹਿਰਾਉਣੇ ਆ, ਜਿੰਨੇ ਸਮੇਂ ਜਿਹੜੇ ਚੜਾਏ ਹੋਏ ਪ੍ਰਾਣ ਤੇ ਜਿੰਨੇ ਸਮੇਂ ਦੀ ਟਿਕਾਉਣੇ ਆ ਅੰਦਰ, ਉਹ ਉਤਨੇ ਸਮੇਂ ਨੂੰ ਜਿਹੜਾ ਕੁੰਭਕ ਨਾਮ ਕਿਹਾ ਜਾਂਦਾ ਹੈ। 24 ਮਾਤਰਾ ਓੰਕਾਰ। ਜਿੰਨੇ ਸਮੇਂ ਵਿੱਚ ਉਹ ਕੁੰਭਕ ਵਿੱਚ ਸਵਾਸ ਟਿਕਾਉਣੇ ਆ, ਉਦੋਂ 24 ਓੰਕਾਰ ਦੀਆਂ ਜਿਹੜੀਆਂ ਮਾਤਰਾ, ਓੰਕਾਰ ਦੇ ਉਂਝ 2.5 ਤੇ 3.5 ਮਾਤਰਾ ਦਾ ਕਿਹਾ ਹੈ। ਮਾਤਰਾ ਦਾ ਅਰਥ ਇੱਥੋਂ ਲੈਣਾ ਵੀ 24 ਵਾਰ, 24 ਵਾਰ ਓੰਕਾਰ ਓੰਕਾਰ। ਜਾਪ ਕਰੈ ਤਿਹ ਸਮੈ ਉਚਾਰਾ। ਉਸ ਸਮੇਂ ਜਾਪ ਕਰੇ ਜਦੋਂ ਕੁੰਭਕ ਉਹ ਦਸਮ ਦਵਾਰ ਵਿੱਚ ਸਵਾਸ ਟਿਕਾਉਣੇ ਆ, 24 ਵਾਰ ਉਥੇ ਉਚਾਰਨ ਕਰੇ ਓੰਕਾਰ ਦਾ। ਭਾਵੈ ਸੁਰ ਸੋ ਕਲਹ ਉਤਾਰਾ। ਉਹਨੂੰ ਕਿਹਾ ਜਾਂਦਾ ਹੈ ਕੁੰਭਕ। ਤੇ ਅੱਗੇ ਦੱਸਦੇ ਰੇਚਕ ਦਾ, ਜਿਹੜੀ ਖੱਬੀ ਸੁਰ ਹੈ, ਖੱਬੀ ਸੁਰ ਨੱਕ ਦੀ ਜਿਹੜੀ ਸੁਰਾਖ ਮੋਹਰੀ ਹੈ, ਉਹਦੇ ਨਾਲ ਫਿਰ ਜਿਹੜੇ ਦਸਮ ਦਵਾਰ ਵਿੱਚ ਚੜਾਏ ਹੋਏ ਸਵਾਸ ਹੈ ਉਹਨਾਂ ਨੂੰ ਉਤਾਰੇ ਲਾਹੇ। ਦਵਾਦਸ਼ ਮਾਤਰਾ ਜਪ ਓੰਕਾਰ। 12 ਵਾਰ ਜਿਹੜਾ ਫਿਰ ਓੰਕਾਰ ਦਾ ਜਾਪ ਕਰਨਾ, ਖੱਬੀ ਸੁਰ ਦੇ ਰਾਹੀਂ ਦਸਮ ਦਵਾਰ ਵਿੱਚ ਸਵਾਸ ਲਾਉਂਦੇ ਆ। ਰੇਚਕ ਜਾਂ ਕੋ ਨਾਮ ਕਹੀਜੈ। ਇਸ ਦਾ ਜਿਹੜਾ ਨਾਮ ਹੈ ਉਹ ਰੇਚਕ ਕਿਹਾ ਜਾਂਦਾ ਹੈ। ਸਨਾ ਸਨਾ ਜੋ ਛੋਡਨ ਕੀਜੈ। ਜਿਹੜਾ ਹੌਲੀ ਹੌਲੀ ਦਸਮ ਦਵਾਰ ਵਿੱਚ ਸਵਾਸਾਂ ਨੂੰ ਛੱਡਣਾ ਹੈ, ਲਾਉਣਾ ਹੈ, ਸੱਜੀ ਸੁਰ ਰਾਹੀਂ ਚੜਾਉਣੇ ਆ 12 ਵਾਰੀ ਕਹਿ ਕੇ, ਤੇ 24 ਵਾਰ ਉਥੇ ਕੁੰਭਕ ਦਸਮ ਦਵਾਰ ਵਿੱਚ ਟਿਕਾਉਣੇ ਤੇ 24 ਵਾਰ ਜਾਪ ਕਰਨਾ ਹੈ। 12 ਵਾਰੀ ਜਾਪ ਜਿਹੜਾ ਹੈ ਉਹ ਲਾਉਂਦਿਆਂ ਕਰਨਾ ਖੱਬੀ ਸੁਰ ਰਾਹੀਂ। 12 12 24 ਤੇ 48 ਵਾਰ ਓੰਕਾਰ ਦਾ ਜਾਪ ਕਰਨਾ ਹੈ। ਐਸੇ ਹੀ ਬਾਏਂ ਤੇ ਦਾਏਂ। ਇਸੇ ਤਰ੍ਹਾਂ ਉੱਤੇ ਉੱਪਰ ਦੱਸਿਆ ਨਾ ਵੀ ਸੱਜੀ ਸੁਰ ਦੇ ਰਾਹੀਂ ਪ੍ਰਾਣ ਚੜਾਉਣੇ ਆ। ਹੁਣ ਇੱਥੇ ਦੱਸ ਰਹੇ ਆ ਵੀ ਤੈਸੇ ਹੀ ਬਾਏਂ ਤੇ ਦਾਏਂ।
ਜਿਹੜਾ ਖੱਬੀ ਸੁਰ ਦੇ ਰਾਹੀਂ ਚੜਾ ਲੈਣੇ ਹੈ ਤੇ ਉੱਥੇ ਟਿਕਾ ਕੇ ਕੁੰਭਕ ਵਿੱਚ ਦਸਮ ਦਵਾਰ ਵਿੱਚ, ਤੇ ਸੱਜੀ ਜਿਹੜੀ ਹੈ ਸੁਰ ਹੈ ਉਹਦੇ ਰਾਹੀਂ ਲਾ ਦੇਣੇ ਹੈ। ਦਾएं ਤੇ ਬਾएं ਸੋ ਚੜਾਏ। ਫਿਰ ਸੱਜੀ ਸੁਰ ਦੇ ਰਾਹੀਂ ਚੜਾ ਕੇ ਤੇ ਬਾएं ਖੱਬੀ ਸੁਰ ਰਾਹੀਂ ਲਾ ਦੇਣੇ ਹੈ। ਜਿਵੇਂ ਇੱਥੇ ਲਿਖਿਆ ਵੀ ਦਾएं ਤੇ ਬਾएं ਸੋ ਚੜਾਏ, ਵੀ ਬਾएं ਸੋ ਚੜਾਏ, ਵੀ ਖੱਬੀ ਨਾਲ ਖੱਬੀ ਸੁਰ ਨਾਲ ਚੜਾ ਕੇ ਸੱਜੇ ਨੂੰ ਲਾ ਦੇਣੇ ਆ ਤੇ ਸੱਜੀ ਸੁਰ ਨਾਲ ਚੜਾ ਕੇ ਖੱਬੇ ਨੂੰ ਲਾ ਲੈਣੇ ਹੈ ਸਵਾਸ। ਖੁੱਲਾ ਰਾਹੇ ਤ੍ਰਿਕੁਟੀ ਇਸ ਢਾਰਾ। ਇਸ ਤਰ੍ਹਾਂ ਜਦੋਂ ਕਿ ਖੱਬੀ ਜਾਂ ਸੱਜੀ ਸੁਰ ਰਾਹੀਂ ਸਵਾਸ 12 ਵਾਰੀ ਓਂਕਾਰ ਜਾਪ ਕਰਕੇ ਚੜਾ ਦੇਣੇ ਆ। 24 ਵਾਰ ਦਸਮ ਦੁਆਰ ਵਿੱਚ ਟਿਕਾਉਣੇ ਆ, 12 ਵਾਰੀ ਲਾਉਣੇ ਆ। ਇਵੇਂ ਚੜਾਉਂਦਿਆਂ ਟਿਕਾਉਂਦਿਆਂ ਲਾਉਂਦਿਆਂ ਤੇ ਉਹ ਤ੍ਰਿਕੁਟੀ ਜਿਹੜਾ ਹੈ ਉਹ ਰਾਗ ਖੁੱਲ੍ਹ ਜਾਂਦਾ। ਭਰਵੱਟਿਆਂ ਦੇ ਵਿਚਕਾਰਲੇ ਸਥਾਨ ਨੂੰ ਤ੍ਰਿਕੁਟੀ ਕਿਹਾ ਜਾਂਦਾ ਹੈ। ਰਹਿ ਪ੍ਰਾਨ ਜੇ ਦਸਵੇਂ ਦੁਆਰਾ। ਜਿਸ ਵੇਲੇ ਦਸਵੇਂ ਦੁਆਰ ਵਿੱਚ ਪ੍ਰਾਣ ਠਹਿਰਨ ਲੱਗ ਪੈਂਦੇ ਹੈ, ਭਾਵ ਇਹ ਚੜਾ ਕੇ ਟਿਕਾਉਣੇ ਲਾਉਣੇ, ਐਵੇਂ ਰਾਹ ਖੁੱਲ ਜਾਂਦਾ ਤ੍ਰਿਕੁਟੀ ਦਾ। ਜਦੋਂ ਤਬੈ ਅਨਾਹਦ ਕੀ ਧੁਨ ਖੁੱਲ ਹੈ। ਤ੍ਰਿਕੁਟੀ ਖੁੱਲਣ ਦੇ ਨਾਲ ਜਿਹੜੀ ਅਨਹਦ ਨਾਦ ਦੀ ਧੁਨੀ ਹੈ, ਇੱਕ ਰਸ ਜਿਹੜੀ ਧੁਨੀ ਹੈ ਉਹ ਖੁੱਲ ਜਾਂਦੀ ਹੈ, ਅਨਹਦ ਧੁਨੀ ਵੱਜਣ ਲੱਗ ਪੈਂਦੀ ਹੈ। ਦਰਸ਼ਨ ਪਰਮ ਜੋਤ ਕੋ ਮਿਲ ਹੈ। ਉੱਥੇ ਦਸਮ ਦੁਆਰ ਦੇ ਵਿੱਚ ਜਿਹੜੀ ਪਰਮ ਜੋਤ ਹੈ, ਜਿੱਥੇ ਮਹਾਨ ਸਭ ਤੋਂ ਤਕੜਾ ਕਵਲ ਫੁੱਲ ਖਿੜਿਆ ਹੈ, ਤੇ ਉਹ ਪਰਮ ਜੋਤ ਦਾ ਦਰਸ਼ਨ ਮਿਲਣ ਲੱਗ ਪੈਂਦਾ ਹੈ। ਉਹ ਦਸਮ ਦੁਆਰ ਵਿੱਚ ਸਭ ਤੋਂ ਵੱਡੀ ਜੋਤ ਇੱਥੇ ਪਰਮ ਦਸਮ ਦੁਆਰ ਵਿੱਚ ਹੀ ਹੈ। ਜਿਹੜੇ ਕੋਈ ਜੋਗੀ ਲੋਕ ਧਿਆਨ ਲਾਉਂਦੇ ਆ ਦਸਮ ਦੁਆਰ ਦੇ ਵਿੱਚ ਹੀ ਫਿਰ ਉਹਨਾਂ ਦਾ ਧਿਆਨ ਆ ਕੇ ਟਿਕਦਾ ਹੈ। ਤੇ ਦਸਮ ਦੁਆਰ ਵਿੱਚ ਮਹਾਨ ਜੋਤ ਹੈ, ਮਹਾਨ ਪ੍ਰਕਾਸ਼ ਹੈ। ਤਾਂ ਹੀ ਤੇ ਉਹ ਜਿਹੜੇ ਯੋਗ ਸਾਧਨਾ ਵਾਲੇ, ਕੋਈ ਧਾਰਨਾ ਨਾ ਧਿਆਨ ਵਾਲੇ, ਉਹ ਕਹਿੰਦੇ ਵੀ ਧਿਆਨ ਲਾਓ। ਧਿਆਨ ਲਾਵਾਂਗੇ ਤੇ ਫਿਰ ਇੱਥੇ ਹੀ ਜਿਹੜਾ ਹੈ ਜੋਤ ਮਿਲਦੀ ਬੜੀ ਤਗੜੀ। ਜਿਹੜੇ ਜਦੋਂ ਧਿਆਨ ਲਾਵਾਂਗੇ ਭਰਵੱਟਿਆਂ ਦੇ ਵਿਚਕਾਰ ਧਿਆਨ ਲਾਵਾਂਗੇ ਚੰਗੀ ਤਰ੍ਹਾਂ। ਪਹਿਲਾਂ ਤੇ ਇੱਥੇ ਜਿਹੜੀ ਹੈ ਉਹ ਜਿਵੇਂ ਜਿਹੜੀ ਖੁਜਲੀ ਜੀ ਜਲੂਣ ਜੀ ਆਦਿਕ ਹੋਣ ਲੱਗ ਪੈਂਦੀ ਹੈ। ਜਦੋਂ ਲੱਗਣ ਲੱਗ ਪੈਂਦਾ ਫਿਰ ਇੱਥੇ ਪ੍ਰਕਾਸ਼ ਹੁੰਦਾ ਹੈ। ਕਹਿੰਦੇ ਵੀ ਜਿਸ ਦਿਨ ਦਸਮ ਦੁਆਰ ਉਹ ਖੁੱਲ੍ਹਦਾ ਹੈ ਤੇ ਉਦੋਂ ਜਿਵੇਂ ਤੋਪ ਜਿਹੜੀ ਚੱਲਦੀ ਇਹਨਾਂ ਦਾ ਖੜਾਕ ਬੜਾ ਹੁੰਦਾ, ਇਵੇਂ ਕਹਿੰਦੇ ਆਪਣੇ ਆਪ ਨੂੰ ਅੰਦਰ ਮਹਿਸੂਸ ਹੁੰਦਾ, ਇੰਨਾ ਖੜਾਕ ਹੁੰਦਾ ਤੇ ਥੋੜ੍ਹਾ ਜਿਹਾ ਮਾਤਰ ਛੇਕ ਨਿਕਲ ਆਉਂਦਾ ਸੀਸ ਦੇ ਉੱਪਰ। ਉਹ ਉਦੋਂ ਫਿਰ ਜਦੋਂ ਦਸਮ ਦੁਆਰ ਖੁੱਲ੍ਹ ਜਾਂਦਾ ਹੈ, ਪਰਮ ਜੋਤ ਦਾ ਦਰਸ਼ਨ ਮਿਲਦਾ ਹੈ। ਚਿਲ ਮਿਲਕਾਰ ਮਹਾਨ ਪ੍ਰਕਾਸ਼ਾ। ਉੱਥੇ ਦਸਮ ਦੁਆਰ ਵਿੱਚ ਝਮਕਦਾ ਪ੍ਰਕਾਸ਼ ਹੈ, ਮਹਾਨ ਜੋਤ ਹਿਲਦੀ ਨਜ਼ਰ ਆਉਂਦੀ ਹੈ। ਜਹਾਂ ਪੇਖ ਹੋਇਆ ਵਿਸੇਖ ਸੁਖ ਰਾਸਾ। ਜਿਸ ਪਰਮ ਜੋਤ ਨੂੰ ਦੇਖ ਕੇ ਦਸਮ ਦੁਆਰ ਵਿੱਚ ਸੁੱਖਾਂ ਦੀ ਰਾਸ ਵਿਸ਼ੇਸ਼ ਹੀ ਸੁੱਖ ਹੁੰਦਾ ਹੈ। ਦੋਹਰਾ ਜਿਉਂ ਜਿਉਂ ਧਰਹਿ ਧਿਆਨ ਕੋ। ਜਿਵੇਂ ਜਿਵੇਂ ਇਹ ਜਿਹੜਾ ਹੈ ਧਿਆਨ ਲਾਉਣ ਵਾਲਾ ਧਿਆਨੀ ਧਿਆਨ ਧਾਰਦਾ ਦਸਮ ਦੁਆਰ ਵਿੱਚ ਪਰਮ ਜੋਤ ਦਾ ਲਾਉਂਦਾ ਹੈ, ਤਿਉਂ ਤਿਉਂ ਧੁਨ ਵੱਧ ਜਾਏ। ਉਹ ਧਿਆਨ ਦੇ ਨਾਲ ਨਾਲ ਤਿਉਂ ਤਿਉਂ ਧੁਨੀ ਵੱਧ ਜਾਂਦੀ ਹੈ, ਬੜਾ ਸਾਜ਼ ਵੱਧ ਜਾਂਦੇ ਆ। ਜਿਵੇਂ ਬਾਹਰ ਕੀਰਤਨ ਹੁੰਦਾ ਹੋਵੇ ਭਰੇ ਪੰਡਾਲ 'ਚ ਬੜੀ ਆਵਾਜ਼ ਨਾਲ, ਉਹ ਸਾਜ਼ਾਂ ਨਾਲ ਹੀ ਆਨੰਦ ਜਿਹਾ ਆਈ ਜਾਂਦਾ ਹੈ। ਇਸੇ ਤਰ੍ਹਾਂ ਅੰਦਰ ਫਿਰ ਪੰਜ ਸ਼ਬਦ ਤੈ ਪੂਰਨ ਨਾਦ, 5 ਪ੍ਰਕਾਰ ਦੇ ਜਿਹੜੇ ਸਾਜ਼ ਉਹ ਅੰਦਰ ਵੱਜਦੇ ਆ। ਐਸਾ ਆਨੰਦ ਆਉਂਦਾ ਹੈ ਉੱਥੇ, ਕਹਿੰਦੇ ਇੰਨਾ ਆਨੰਦ ਹੈ ਵੀ ਜਿਹੜੇ ਭਗਤ ਜਨਾਂ ਨੂੰ ਅਸੀਂ ਕਹਿੰਦੇ ਨੇ ਵੀ ਪਾਗਲ ਹੋ ਗਿਆ ਜੀ, ਇਹਦੇ ਮਸਤਾਨਾ ਹੋ ਗਿਆ, ਐਵੇਂ ਤੁਰਿਆ ਫਿਰਦਾ। ਅੰਦਰ ਸਾਜ਼ ਹੀ ਇੰਨੇ ਵੱਜ ਰਹੇ ਹੁੰਦੇ ਆ ਵੀ ਉਹ ਆਨੰਦ ਵਿੱਚ ਹੈ। ਹੁਣ ਕੀਰਤਨ ਸੁਣਦੇ ਹੋਈਏ ਕਿੰਨਾ ਆਨੰਦ ਹੁੰਦਾ, ਕਿਸੇ ਵੇਲੇ ਸ੍ਰੀ ਹਰਿਮੰਦਰ ਸਾਹਿਬ ਹੋਰ ਸਥਾਨਾਂ 'ਤੇ ਬਹਿ ਕੇ ਸੁਣੀਏ ਮਜ਼ਾ ਆ ਜਾਂਦਾ ਹੈ। ਆਨੰਦ ਜਦੋਂ ਆਉਂਦਾ ਤੇ ਮਨੁੱਖ ਨੂੰ ਆਪਣੀ ਸੁੱਧ ਬੁੱਧ ਨਹੀਂ ਰਹਿ ਜਾਂਦੀ। ਪਰ ਜਿੱਥੇ ਹੁਣ ਉੱਥੇ ਤੇ 2-3 ਸਾਜ਼ ਵੱਜਣ ਦੇ ਹੁੰਦੇ ਆ, ਜਿੱਥੇ ਹੁਣ 5 ਸ਼ਬਦ 5 ਤਰ੍ਹਾਂ ਦੇ ਸਾਜ਼ ਵੱਜਣ, ਉੱਥੇ ਕਿੰਨਾ ਆਨੰਦ ਹੋਵੇਗਾ। ਇੱਕ ਰਸ ਜਿਹੜੀ ਧੁਨੀ ਵੱਧ ਜਾਂਦੀ ਹੈ, ਇੰਨੇ ਕੀਰਤਨ ਦੀ ਅੰਦਰ ਆਵਾਜ਼ ਆਉਂਦੀ ਹੈ, ਬਾਹਰ ਨਹੀਂ ਕੁਝ ਸੁਣਾਈ ਦਿੰਦਾ। ਭਗਤ ਜਨ ਨਿਸਲ ਟੰਗ ਧਰ
ਲੱਤ ਉੱਤੇ ਲੱਤ ਰੱਖ ਕੇ ਸੁੱਤੇ ਰਹਿੰਦੇ ਆ ਭਗਤ ਜਨ। ਅਸ਼ਟ ਅੰਗ ਹੈ ਯੋਗ ਕਾ। ਰਾਜਨ ਸ਼ਿਵ ਨਾਮ ਛੇਵਾਂ ਜਿਹੜਾ ਹਠ ਯੋਗ ਦਾ ਅੰਗ ਹੈ, ਯੋਗ ਹਠ ਯੋਗ ਦਾ ਜੋ ਛੇਵਾਂ ਅੰਗ ਹੈ, ਧਿਆਨ ਧਰਤ ਸੁਖ ਪਾਏ। ਉਹ ਹੈ ਧਿਆਨ। ਛੇਵਾਂ ਅੰਗ ਜਿਹੜੇ ਧਿਆਨ ਧਾਰਦੇ ਉਹ ਸੁਖ ਪਾਉਂਦੇ ਹੈ। ਚੌਪਈ ਦੈ ਪ੍ਰਕਾਰ ਕੋ ਲਖੋ ਸੋ ਧਿਆਨਾ। ਉਹ ਜਿਹੜਾ ਧਿਆਨ ਹੈ ਉਹ ਦੋ ਪ੍ਰਕਾਰ ਦਾ ਜਾਣ ਲੈ, ਸਮਝ ਲੈ। ਬਾਹਯ ਕਾ ਅੰਤਰਿਕ ਬਖਾਨਾ। ਇੱਕ ਧਿਆਨ ਹੈ ਬਾਹਰ ਦਾ, ਬਾਹਰੀ ਸਰੂਪ ਦਾ ਕਰਨਾ। ਇੱਕ ਧਿਆਨ ਹੈ ਅੰਤਰਿਕ, ਅੰਤਰੀਵ ਧਿਆਨ ਕਿਹਾ ਜਾਂਦਾ ਹੈ। ਵਿਸ਼ਨ ਚਤੁਰਭੁਜ ਕੋ ਜੋ ਧਿਆਨਾ। ਜੋ ਵਿਸ਼ਨੂੰ ਭਗਵਾਨ ਚਤੁਰਭੁਜਾ ਚਾਰ ਬਾਹਾਂ ਵਾਲੇ, ਜਿਨ੍ਹਾਂ ਦੇ ਹੱਥ ਵਿੱਚ ਸ਼ੰਖ ਹੈ, ਕਮਲ ਹੈ, ਗਦਾ ਹੈ ਤੇ ਸੁਦਰਸ਼ਨ ਚੱਕਰ ਹੈ, ਸੀਸ ਤੇ ਮੁਕਟ ਹੈ, ਲక్ష్ਮੀ ਦੇ ਸਹਿਤ ਹੈ, ਵੈਜੰਤੀ ਮਾਲਾ, ਪੀਤੰਬਰ ਵਸਤਰ ਹਨ। ਇਹ ਜਿਹੜਾ ਸਰੂਪ ਦਾ ਧਿਆਨ ਧਰਨਾ ਬਾਹਰੀ ਧਿਆਨ ਹੈ। ਸੋ ਬਾਹਰ ਕਾ ਜਾਨ ਸੁਜਾਨਾ। ਸਿਆਣੇ ਰਾਜਾ ਇਹ ਤੂੰ ਬਾਹਰ ਦਾ ਧਿਆਨ ਜਾਣ ਲੈ। ਜਿਹੜਾ ਇਸ ਤਰ੍ਹਾਂ ਦੇ ਮੂਰਤ ਵੇਖ ਕੇ ਧਿਆਨ ਕਰਨਾ ਇਹ ਬਾਹਰੀ ਧਿਆਨ ਹੈ। ਗੁਰ ਕੇ ਸ਼ਬਦ ਵਿਖੈ ਜੋ ਜੋਰਾ। ਪਰ ਅੰਤਰਿਵ ਧਿਆਨ ਇਸ ਤਰ੍ਹਾਂ ਹੈ ਵੀ ਜਿਹੜਾ ਗੁਰੂ ਦੇ ਸ਼ਬਦ ਵਾਕਾਂ ਉਪਦੇਸ਼ ਦੇ ਵਿੱਚ ਜਿਹੜਾ ਮਨ ਨੂੰ ਜੋੜਿਆ ਹੈ, ਜਿਹੜਾ ਗੁਰੂ ਦੇ ਸ਼ਬਦ ਵਿੱਚ ਜੋੜਿਆ ਆਪਣੇ ਆਪ ਨੂੰ। ਨਾਭੀ ਹਿਰਦੈ ਕੇ ਨਾਸਾ ਓਰਾ। ਗੁਰੂ ਦੇ ਸ਼ਬਦ ਰਾਹੀਂ ਨਾਭੀ ਵਿੱਚ ਧਿਆਨ ਧਰਨਾ ਧੁਨੀ ਵਿੱਚ ਜਿਹੜਾ ਬੜਾ ਕਠਿਨ ਹੈ, ਬੜਾ ਕਠਿਨ ਹੈ ਧਿਆਨ, ਕਿਉਂਕਿ ਅਸੀਂ ਤੇ ਕੰਨਾਂ ਨਾਲ ਵੀ ਧਿਆਨ ਨਹੀਂ ਲਾ ਸਕਦੇ, ਅੱਖਾਂ ਨਾਲ ਧਿਆਨ ਵੀ ਨਹੀਂ ਲਾ ਸਕਦੇ। ਨਾਭੀ ਵਿੱਚ ਲਾਉਣਾ ਤੇ ਬਹੁਤ ਔਖਾ ਹੈ। ਨਾਭੀ ਵਿੱਚ ਮਹਿਸੂਸ ਕਰਨਾ ਧਿਆਨ। ਫਿਰ ਹਿਰਦੇ ਵਿੱਚ ਧਿਆਨ ਧਾਰਨਾ ਸ਼ਬਦ ਦਾ ਮਹਿਸੂਸ ਕਰ ਸਕੀਦਾ ਜੇ ਕਰਾਂਗੇ ਤੇ। ਹਿਰਦੇ ਵਿੱਚ ਧਿਆਨ ਧਾਰਨਾ, ਫਿਰ ਨਾਸਾਂ ਦੀ ਤਰਫ ਵੱਲ। ਜਦੋਂ ਕੋਈ ਕਥਾ ਕੀਰਤਨ ਹੋ ਰਿਹਾ ਹੋਵੇ, ਬਿਲਕੁਲ ਆ ਜਿਹੜਾ ਭਰਵੱਟਿਆਂ ਦੇ ਵਿੱਚ ਘਾਲ ਧਿਆਨ ਕਰ ਲੈਣਾ, ਜਾਂ ਨੱਕ ਦੀ ਤਰਫ, ਨੱਕ ਦੀ ਚੋਟੀ ਜਿਹੇ ਵੱਲ ਧਿਆਨ ਕਰਨਾ। ਇਹਨਾਂ ਚੀਜ਼ਾਂ ਨਾਲ ਮਨ ਭਟਕਦਾ ਨਹੀਂ ਹੈ, ਅੰਤਰਿਵ ਧਿਆਨ ਹੈ। ਕੈ ਭੂ ਕੇ ਕੈ ਦਸਵੇਂ ਦੁਆਰਾ। ਜਾਂ ਤੇ ਫਿਰ ਧਰਤੀ ਵੱਲ ਵੇਖਣਾ। ਭੂ ਦਾ ਅਰਥ ਇੱਥੇ ਡਾਕਟਰ ਵੀਰ ਸਿੰਘ ਨੇ ਭਰਵੱਟਿਆਂ ਦੇ ਵਿਚਕਾਰਲੀ ਥਾਂ ਕੀਤੀ ਹੈ। ਭੂ ਭਾਵ ਧਰਤੀ ਵੱਲ ਵੀ ਧਿਆਨ ਕਰਕੇ ਜਿੰਨੇ ਕੁ ਥਾਂ 'ਤੇ ਬੈਠੇ ਉੱਥੇ ਕੁ ਧਿਆਨ ਰੱਖਣਾ, ਇੱਦਾਂ ਨੀਵੇਂ ਜਿਹੇ ਬੈਠ ਕੇ ਤੇ ਧਰਤੀ ਵੱਲ ਧਿਆਨ ਕਰਨਾ। ਤੇ ਫਿਰ ਜਿਹੜਾ ਦਸਵੇਂ ਦੁਆਰ ਵਿੱਚ ਧਿਆਨ ਧਾਰਨਾ, ਉਹ ਕਿਵੇਂ ਧਾਰਨਾ ਵੀ ਮੇਰੇ ਦਾ ਸੀਸ ਦੇ ਵਿੱਚ ਹੀ ਦਸਮ ਦੁਆਰ ਹੈ, ਉੱਥੇ ਕੁ ਧਿਆਨ ਕਰਨਾ ਗੁਰੂ ਕੇ ਸ਼ਬਦ ਦਾ। ਧਰੈ ਅਨਾਹਦ ਧੁਨ ਕੈ ਧਾਰਾ। ਗੁਰੂ ਦੇ ਧਾਰਾ ਕਈ ਸ਼ਬਦ ਦੇ ਦੁਆਰਾ ਅਨਹਦ ਧੁਨੀ ਦਾ ਧਿਆਨ ਧਰਨਾ। ਜਿਹੜੀ ਅਨਹਦ ਧੁਨੀ ਵੱਜਦੀ ਇੱਕ ਰਸ ਇੱਥੇ ਹਿਰਦੇ ਦੇ ਵਿੱਚ, ਉਸ ਦਾ ਧਿਆਨ ਧਾਰਨਾ। ਧਰੇ ਅਨਾਹਦ ਧੁਨ ਕੇ ਧਾਰਾ। ਅਨਾਹਦ ਧੁਨੀ ਦੇ ਆਸਰੇ ਧਿਆਨ ਧਾਰਨਾ। ਜਬ ਹੈ ਅਨਾਹਦ ਧੁਨ ਖੁੱਲ ਜਾਵਹਿ। ਜਦੋਂ ਇਸ ਤਰ੍ਹਾਂ ਧਿਆਨ ਧਾਰਦਿਆਂ ਜਿਹੜੀ ਅਨਾਹਦ ਧੁਨੀ ਖੁੱਲ ਜਾਂਦੀ ਹੈ, ਉਹ ਵਾਜੇ ਪੰਜ ਸ਼ਬਦ ਤਹਿ ਪੂਰਨ ਨਾਦ। ਜਿਹੜੇ ਸ਼ਬਦ ਵੱਜਣ ਲੱਗ ਪੈਂਦੇ ਅਨਹਦ ਨਾਦ ਧੁਨੀ ਦੇ ਖੁੱਲ ਜਾਂਦੀ ਜਦੋਂ ਅਨਾਹਦ ਧੁਨੀ। ਕਿਦੋਂ ਜੋਤ ਕੋ ਧਿਆਨ ਲਗਾਵਹਿ। ਅਥਵਾ ਜਿਹੜੀ ਪਰਮ ਜੋਤ ਹੈ ਦਸਮ ਦੁਆਰ ਵਿੱਚ, ਉਹਦਾ ਧਿਆਨ ਲਗਾਵੇ। ਇਹ ਅੰਤਰਿਕ ਮਨ ਮਹਿ ਪਹਿਚਾਨ ਹੈ। ਇਹ ਅੰਦਰਲਾ ਧਿਆਨ ਹੈ ਮਨ ਵਿੱਚ ਰਾਜੇ ਤੂੰ ਸਮਝ ਲਾ, ਜਿਹੜਾ ਵੀ ਨਾਭੀ ਦੇ ਦੁਆਰਾ ਗੁਰੂ ਦੇ ਸ਼ਬਦ ਵਿੱਚ ਜੋੜ ਕੇ, ਨਾਭੀ ਦੇ ਦੁਆਰਾ, ਹਿਰਦੇ ਦੁਆਰਾ, ਨਾਸਾਂ ਦੇ ਵੱਲ ਦੇਖ ਕੇ, ਭਰਵੱਟਿਆਂ ਵਿੱਚ ਧਿਆਨ, ਧਰਤੀ ਵੱਲ ਧਿਆਨ ਲਾਉਣਾ ਵੇਖ ਕੇ, ਦਸਮ ਦੁਆਰ ਵੱਲ ਅਨਹਦ ਧੁਨੀ ਦੇ ਰਾਹੀਂ ਤੇ ਪਰਮ ਜੋਤ ਵਿੱਚ ਜਿਹੜਾ ਧਿਆਨ ਲਾਉਣਾ। ਇਹ ਸਾਰੇ ਅੰਦਰਲੇ ਧਿਆਨ ਮਨ ਵਿੱਚ ਸਮਝ ਲੈ, ਪਹਿਚਾਨ ਲੈ। ਸਪਤਮ ਅੰਗ ਧਾਰਨਾ ਮਨ ਹੈ। ਸਤਵਾਂ ਹਠ ਯੋਗ ਦਾ ਅੰਗ ਹੈ, ਉਹ ਧਾਰਨਾ ਮੰਨਿਆ ਜਾਂਦਾ ਹੈ। ਇਹ ਪ੍ਰਤਬੰਧ ਸੰਕਲਪ ਉਠਾਵਨਾ। ਉਹ ਕੀ ਹੈ ਕਿ ਜਦੋਂ ਕੋਈ ਧਿਆਨ ਲਾਉਣਾ, ਉਸ ਧਿਆਨ ਵਿੱਚ ਜਿਹੜਾ ਰੁਕਾਵਟ ਹੋਣੀ ਹੈ, ਮਨ ਦੇ ਸੰਕਲਪ ਉੱਠਣੇ ਆ ਤਰ੍ਹਾਂ ਤਰ੍ਹਾਂ ਦੇ,
ਕਿ ਜਿਵੇਂ ਪਰਮ ਜੋਤ ਵਿੱਚ ਧਿਆਨ ਲਾਇਆ ਜਾਂ ਭਰਵੱਟਿਆਂ ਵਿੱਚ ਲਾਇਆ ਜਾਂ ਹਿਰਦੇ 'ਚ ਨਾਭੀ 'ਚ ਧਰਤੀ ਵੱਲ, ਤੇ ਉੱਥੇ ਜਿਹੜਾ ਕੋਈ ਰੁਕਾਵਟ ਬਣਨਾ, ਸੰਕਲਪ ਉੱਠਣਾ ਮਨ ਦਾ ਕੋਈ ਫੁਰਨਾ ਉੱਠਣਾ ਹੈ ਕਿ ਧਿਆਨ ਲਾਉਂਦਿਆਂ ਕੋਈ ਖਿਆਲ ਇੱਧਰ ਉੱਧਰ ਜਾਣਾ, ਤੇ ਜਿਹੜਾ ਉਹ ਧਿਆਨ ਦੇ ਵਿੱਚ ਰੁਕਾਵਟ ਬਣਦਾ ਹੈ, ਸੰਕਲਪ ਉੱਠਿਆ ਹੋਇਆ, ਤਿਹਾਂ ਤੇ ਪੁਨ ਪੁਨ ਮਨਹ ਹਟਾਵਨਾ। ਉਸ ਸੰਕਲਪ ਤੋਂ ਬਾਰ-ਬਾਰ ਆਪਣੇ ਪੁਨः ਮਨ ਨੂੰ ਹਟਾਉਣਾ। ਮਨ ਜਿਵੇਂ ਧਿਆਨ ਲਾਉਂਦਿਆਂ ਕਿਤੇ ਇੱਧਰ ਉੱਧਰ ਜਾ ਰਿਹਾ, ਉਧਰੋਂ ਇੱਕਦਮ ਇਹਨੂੰ ਰੋਕ ਕੇ ਫਿਰ ਉਹ ਸ਼ਬਦ ਵਿੱਚ ਹੀ ਧਿਆਨ ਲਾਉਣਾ, ਆਪਣੀ ਪਰਮ ਜੋਤ ਵਿੱਚ ਹੀ ਧਿਆਨ ਲਾਉਣਾ, ਹਟਾਉਣਾ ਮਨ ਨੂੰ ਬਾਰ-ਬਾਰ ਸੰਕਲਪ ਤੋਂ। ਧਿਆਨ ਵਿਖੈ ਜੋਰ ਹੈ ਠਹਿਰਾਵਹਿ। ਧਿਆਨ ਵਿੱਚ ਆਪਣੇ ਮਨ ਨੂੰ ਜੋੜ ਕੇ ਠਹਿਰਾਉਣਾ, ਟਿਕਾਉਣਾ। ਯਹੀ ਧਾਰਨਾ ਨਾਮ ਕਮਾਵਹਿ। ਇਸੇ ਨੂੰ ਹੀ ਜਿਹੜਾ ਹੈ ਯਹੀ ਧਾਰਨਾ ਨਾਮ ਕਹਾਵ ਹੈ, ਇਸੇ ਦਾ ਹੀ ਨਾਮ ਧਾਰਨਾ ਕਿਹਾ ਜਾਂਦਾ। ਕਹਾਵੇ ਪਾਠ ਤੇ ਕਮਾਵੇ ਪਾਠ ਨਹੀਂ ਬਣਦਾ, ਕੋਈ ਕਹਾਵੇ ਹੈ ਪਾਠ ਹੈ ਵੀ ਇਹੀ ਜਿਹੜਾ ਨਾਮ ਧਾਰਨਾ ਕਹਾਉਂਦਾ ਹੈ, ਇਸ ਦਾ ਨਾਮ ਧਾਰਨਾ ਹੈ। ਸੋ ਸਾਧ ਸੰਗਤ ਜੀ, ਇਹ ਆਪਾਂ ਕਥਾ ਵਿਚਾਰ ਸਰਵਣ ਕੀਤੀ ਹੈ ਯੋਗ ਅਭਿਆਸ ਵਾਲੀ। ਜੋ ਰਹਿੰਦਾ ਪ੍ਰਸੰਗ ਆਪਾਂ ਕੱਲ੍ਹ ਦੀ ਦੀਵਾਨਾਂ ਵਿੱਚ ਸਰਵਣ ਕਰ ਲਵਾਂਗੇ। ਹੁਣ ਇੱਥੇ ਸਮਾਪਤੀ ਹੈ। ਮਹਾਰਾਜ ਦੀ ਕਿਰਪਾ ਨਾਲ ਇਹ ਸੂਖਮ ਵਿਚਾਰ ਹੈ, ਜਿਹਨੂੰ ਸਮਝਣਾ ਵਿਚਾਰਨਾ ਬੜਾ ਔਖਾ ਹੈ। ਜਿੰਨੀ ਕੁ ਸਤਿਗੁਰੂ ਸਮਾਤ ਬਖਸ਼ਦੇ ਆਪਾਂ ਸਰਵਣ ਕਰ ਰਹੇ ਹਾਂ। ਹੁਣ ਆਪਾਂ ਸਮੇਂ ਦੇ ਲਿਹਾਜ਼ ਨਾਲ ਇੱਥੇ ਸਮਾਪਤੀ ਕਰੀਏ ਜੀ। ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰੂ ਕੀ ਸੰਗਤ ਬਖਸ਼ਨਾਰ ਬਖਸ਼ ਲੈਣਾ ਜੀ। ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ। ਤਿਹ ਪ੍ਰਬੰਧ ਸੰਕਲਪ ਉਠਾਵਨਾ। ਤਿਹਾਂ ਤੇ ਪੁਨ ਪੁਨ ਮਨਹ ਹਟਾਵਨਾ। ਧਿਆਨ ਵਿਖੈ ਜੋਰ ਹੈ ਠਹਿਰਾਵਹਿ। ਯਹੀ ਧਾਰਨਾ ਨਾਮ ਕਹਾਵਹਿ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ